ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਉਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਧੰਨਵਾਦ ਪ੍ਰੋਫੈਸਰ ਸਾਹਿਬ। ਵੱਡੀ ਖਬਰ ਅੱਜ ਦੀ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਨੇ। ਇਸ ਤੋਂ ਪਹਿਲਾਂ ਜਦੋਂ ਪੰਜਾਬ ਆਏ ਸੀ ਉਦੋਂ ਕਾਫੀ ਹੋ ਹੱਲਾ ਮਚਿਆ ਸੀ। ਉਹਦੀ ਹਾਲੇ ਤੱਕ ਰਿਪੋਰਟ ਸਾਹਮਣੇ ਨਹੀਂ ਆਈ। ਚੰਨੀ ਸਾਹਿਬ ਦੀ ਸਰਕਾਰ ਸੀ ਤੇ ਚੰਨੀ ਸਾਹਿਬ ਅੱਜ ਕੱਲ ਪੰਜਾਬ ਦੇ ਵਿੱਚ ਨਹੀਂ ਹੈਗੇ। ਕਾਂਗਰਸ ਵੀ ਉਹਨਾਂ ਤੋਂ ਖਫਾ ਹੈ। ਚਲੋ ਮੁੱਕਦੀ ਗੱਲ ਕਿ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਆ ਰਹੇ ਨੇ। ਪੂਰੇ ਪੰਜਾਬ 'ਚ ਹਾਈ ਅਲਰਟ ਕੀਤਾ ਹੋਇਆ, ਚੱਪੇ ਚੱਪੇ ਤੇ ਪੁਲਿਸ ਲੱਗੀ ਹੈ। ਬੱਸ ਸਟੈਂਡ ਤੱਕ ਲੋਕਾਂ ਦੇ ਬੈਗ ਤੱਕ ਫਰੋਲੇ ਜਾਂਦੇ ਨੇ, ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਜਾਂਦਾ। ਧਿਆਨ ਵਿੱਚ ਮੇਰੇ ਇਹ ਆਉਂਦਾ ਕਿ ਜਦੋਂ ਵੀ ਪੰਜਾਬ ਦੇ ਵਿੱਚ ਜਾਂ ਜੰਮੂ ਕਸ਼ਮੀਰ ਵਾਲੇ ਪਾਸੇ ਕਿਤੇ ਜਾਣਾ ਹੋਵੇ ਤਾਂ ਕਦੇ ਇਧਰੋਂ ਕੋਈ ਜੀ ਅੱਤਵਾਦੀ ਹਮਲਾ ਹੋ ਗਿਆ, ਕਿਤੇ ਅੱਤਵਾਦੀ ਹਮਲਾ ਹੋ ਨਾ ਜਾਏ। ਪੰਜਾਬ ਨੂੰ ਖਾਸ ਕਰਕੇ ਇਸ ਪਾਸੇ ਵੱਲ ਰੱਖਿਆ ਜਾਂਦਾ ਆ। ਪੁਲਿਸ ਪੂਰੀ ਸਤਰਕ ਹੋ ਜਾਂਦੀ ਹੈ ਕਿ ਜੀ ਇੱਥੇ ਅੱਤਵਾਦੀ ਹਮਲਾ ਹੋ ਸਕਦਾ ਹੈ। ਉਧਰੋਂ ਖਾਲਿਸਤਾਨੀ ਪੰਨੂ ਜਿਹਦੀ ਗੁਰਪਤਵੰਤ ਪੰਨੂ ਉਹ ਵੀ ਧਮਕੀ ਦੇ ਕੱਢਦਾ ਕਿ ਐਤਕੀ ਪ੍ਰਧਾਨ ਮੰਤਰੀ ਸਾਹਿਬ ਨੂੰ ਅਸੀਂ ਏਦਾਂ ਨਹੀਂ ਜਾਣ ਦਿੰਦੇ। ਦੇਖੋ, ਇਹ ਅਜੀਬ ਜਿਹਾ ਮਾਹੌਲ ਜਾਣਬੁੱਝ ਕੇ ਕਿਸੇ ਤਰੀਕੇ ਨਾਲ ਰਾਜਨੀਤਿਕ ਲਾਹਾ ਲੈਣ ਲਈ ਬਣਾਇਆ ਜਾਂਦਾ। ਪਹਿਲੀ ਗੱਲ ਤੇ ਅਸੀਂ ਸਾਰੇ ਪੰਜਾਬੀ ਪ੍ਰਧਾਨ ਮੰਤਰੀ ਜੀ ਦੇ ਦੁਬਾਰਾ ਪੰਜਾਬ ਆਉਣ ਤੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ। ਹਸਪਤਾਲ ਦਾ ਕੈਂਸਰ ਦਾ 260 ਬੈੱਡ ਦਾ ਇੱਕ ਹਸਪਤਾਲ ਹੈਗਾ ਟਾਟਾ ਦੇ ਨਾਲ, ਕਿਉਂਕਿ ਟਾਟਾ ਹੋਣਾ ਦਾ ਪਹਿਲਾਂ ਵੀ ਉੱਥੇ ਬੰਬੇ ਦੇ ਵਿੱਚ ਕੈਂਸਰ ਦਾ ਬਹੁਤ ਵੱਡਾ ਤਜਰਬਾ ਵੀ ਆ ਉਹਨਾਂ ਕੋਲੋਂ, ਤੇ ਹਸਪਤਾਲ ਵੀ ਬਹੁਤ ਪੁਰਾਣਾ ਤੇ ਬਹੁਤ ਵੱਡਾ ਹੈਗਾ। ਉਸੇ ਦੀ ਤੁਸੀਂ ਉਸ ਦੀ ਹੀ ਐਕਸਟੈਂਸ਼ਨ ਸਮਝੋ ਕਿ ਜਿਹੜੀ ਇੱਥੇ ਨਿਊ ਚੰਡੀਗੜ੍ਹ ਦੇ ਨਾਲ ਹੀ ਆ, ਮੁੱਲਾਂਪੁਰ ਦੇ ਨੇੜੇ, ਉੱਥੇ ਉਹਦਾ ਉਦਘਾਟਨ ਕਰਨ ਆ ਰਹੇ ਆ। ਇਹ ਇੱਕ ਚੰਗੀ ਰਾਹਤ ਵਾਲੀ ਗੱਲ ਹੋਊਗੀ। ਅਸੀਂ ਇਸ ਗੱਲ ਦੀ ਪ੍ਰਧਾਨ ਮੰਤਰੀ ਜੀ ਨੂੰ ਵਧਾਈ ਵੀ ਦਿੰਦੇ ਆ ਤੇ ਉਹਨਾਂ ਨੂੰ ਜੀ ਆਇਆਂ ਵੀ ਕਹਿੰਦੇ ਆ। ਜਿਹੜੀ ਗੱਲ ਤੁਸੀਂ ਛੇੜਦੇ ਆ ਇਹ ਬਿਲਕੁਲ ਮਾੜੀ ਗੱਲ ਹੈਗੀ ਆ, ਪਰ ਕੁਛ ਕੁ ਆਧਾਰ, ਭਾਵੇਂ ਉਹਨਾਂ ਨੂੰ ਏਜੰਸੀਆਂ ਕਹੋ, ਭਾਵੇਂ ਸਾਡੀ ਬਚਗਾਨਾ ਰਾਜਨੀਤੀ ਕਹੋ, ਕਿਤੇ ਨਾ ਕਿਤੇ ਕੁਛ ਨਾ ਕੁਛ ਅੰਦਰੂਨੀ ਗੜਬੜ ਵੀ ਹੈ। ਫਾਰ ਇੰਸਟੈਂਸ ਹੁਣ ਪ੍ਰਧਾਨ ਮੰਤਰੀ ਜੀ ਅਜੇ ਆਏ ਨਹੀਂ ਤੇ ਖਾਲਿਸਤਾਨ ਦੇ ਨਾਰੇ ਪਹਿਲਾਂ ਹੀ ਲਿਖਤੇ ਵੀ ਜ਼ਰੂਰੀ ਪੰਗੇ ਲੈਣੇ ਆ, ਬਣਾਉਣਾ ਤੇ ਬਣਾ ਲਓ, ਨਾਰੇ ਲਿਖ ਕੇ ਬਣ ਜੂਗਾ ਖਾਲਿਸਤਾਨ। ਕਿ ਐਵੇਂ ਹੀ ਤੁਸੀਂ ਉਹ ਫਿਰ ਭੱਜੀ ਜਾਣੀ, ਪੁਲਿਸ ਭੱਜੀ, ਫਟਾਫਟ ਉਹਨਾਂ ਨੇ ਉਹਦੇ ਤੇ ਕੂਚੀ ਫੇਰੀ ਵੀ ਜਾਣੀ ਆ ਗਿਆ ਖਾਲਿਸਤਾਨ। ਇੱਕ ਦਿਨ ਲਿਖਣ ਦੇ ਨਾਲ, ਸ਼ਾਹੀ ਦੇ ਨਾਲ ਖਾਲਿਸਤਾਨ ਆ ਗਿਆ। ਇਹ ਬਚਗਾਨਾ ਗੱਲਾਂ ਆ। ਇਸ ਤਰੀਕੇ ਨਾਲ ਕੁਛ ਹੁੰਦਾ ਨਹੀਂ, ਸਗੋਂ ਅਸੀਂ ਆਪਣੀ ਬਦਨਾਮੀ ਕਰਦੇ ਹਾਂ। ਔਰ ਜਿਹੜੀ ਇੱਕ ਵੱਡੀ ਮੈਜੋਰਿਟੀ 80% ਦੇਸ਼ ਦੇ ਲੋਕ ਆ, ਉੱਥੇ ਅਸੀਂ ਆਪਣਾ ਮਜ਼ਾਕ ਦਾ ਪਾਤਰ ਬਣਦੇ। ਇਹ ਠੀਕ ਨਹੀਂ ਹੈਗਾ। ਜੋ ਵੀ ਕੰਮ ਹੋਵੇ ਇੱਕ ਵਿਜ਼ਨ 'ਚ ਹੋਣਾ ਚਾਹੀਦਾ ਕਿ ਸਾਡਾ ਮੰਜ਼ਿਲ ਕੀ ਹੈਗੀ ਆ, ਅਸੀਂ ਕਿਵੇਂ ਉੱਥੇ ਪਹੁੰਚਣਾ, ਸਾਡੀਆਂ ਦੁੱਖ ਤਕਲੀਫਾਂ ਕੀ ਹੈਗੀਆਂ, ਉਹਦਾ ਨਿਵਾਰਨ ਅਸੀਂ ਰਾਜਨੀਤਿਕ ਤੌਰ ਤੇ, ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ, ਧਾਰਮਿਕ ਤੌਰ ਤੇ ਕਿਵੇਂ ਕਰ ਸਕਦੇ। ਇੱਕ ਕਲੀਅਰ ਹੈਡਡ, ਇੱਕ ਤੈਅਸ਼ੁਦਾ ਪ੍ਰੋਗਰਾਮ ਹੋਵੇ, ਲੋਕ ਉਹਦੇ ਤੇ ਚੱਲਣ। ਤੁਸੀਂ ਤੇ ਐਵੇਂ ਸ਼ਰਾਰਤਾਂ ਕਰਦੇ, ਜਿਵੇਂ ਆਪਾਂ ਛੋਟੇ ਹੁੰਦੇ 5ਵੀਂ ਕਲਾਸ 'ਚ ਕਿਸੇ ਦੀ ਸ਼ਾਹੀ ਚੁੱਕ ਲਈ, ਕਿਸੇ ਦਾ ਡੋਬਾ ਲੈ ਲਿਆ ਸ਼ਾਹੀ ਚੋਂ, ਕਿਸੇ ਦੀ ਗਾਚ ਨਹੀਂ ਦੂਜੇ ਨੇ ਮੜ ਲਈ, ਫੱਟੀਆਂ ਤੋੜਤੀਆਂ, ਇਹੋ ਜਿਹੇ ਕੰਮ। ਇਹ ਇਸ ਤਰੀਕੇ ਇੰਨੇ ਹੀ ਬਚਗਾਨੇ ਕੰਮ ਇਹ ਹੈਗੇ ਜਿਹੜੇ ਸਾਡੇ ਕਈ ਭਾਈ, ਕਈ ਤੇ ਭਾਵੁਕ ਹੋ ਕੇ ਕਰਦੇ ਹੋਣਗੇ, ਕਈ ਏਜੰਸੀਆਂ ਦੇ ਕਹਿਣ ਤੇ ਵੀ ਕਰਦੇ ਹੋਣਗੇ, ਕਈ ਬੜੀ ਸੌੜੀ ਜੀ ਰਾਜਨੀਤੀ, $4 ਬਾਹਰੋਂ ਮੰਗਾਉਣ ਲਈ ਤਾਂ ਵੀ ਇੱਥੇ ਨਾਅਰੇ ਮਾਰਦੇ ਹੋਣਗੇ। ਇਹੋ ਜਿਹੇ ਦੇਣ ਵਾਲੇ ਵੀ ਉੱਥੇ ਬਥੇਰੇ ਹੈਗੇ ਆ ਵੀ ਚਲੋ ਕੋਈ ਨਹੀਂ, ਸਿੱਖੀ ਦੇ ਪਤਾ ਨਹੀਂ ਕਿੱਡੀ ਕੁ ਵੱਡੀ ਬੁਲੰਦੀ ਆ ਇੱਥੇ, ਇਹ ਕਿ ਪਤਾ ਨਹੀਂ ਸਾਡਾ ਹੁਣ ਇੱਕ ਵੱਡਾ ਰਾਜ ਮਹਾਰਾਜਾ ਰਣਜੀਤ ਸਿੰਘ ਵਾਲਾ ਬਣਨ ਵਾਲਾ, ਤੇ ਦੇ ਦਿਓ ਪੈਸੇ ਕੋਈ। ਇਹ ਸਾਰਾ ਕੰਮ ਇੱਕ ਘਾਲੇ ਵਾਲੇ ਵਾਲਾ ਕੰਮ ਆ। ਮੈਨੂੰ ਲੱਗਦਾ ਕਿ ਸਾਡੀ ਜਿਹੜੀ ਸੰਜੀਦਗੀ ਆ ਉਹਦੇ ਤੇ ਸਵਾਲੀਆ ਚਿੰਨ੍ਹ ਖੜਾ ਕਰਦਾ। ਸਾਡੇ ਲੋਕ ਮਿਹਨਤੀ ਹੈ, ਸਾਡੇ ਲੋਕ ਹੈਲਪਿੰਗ ਹੈਗੇ ਆ, ਬੜੇ ਭਾਵਕ ਵੀ ਹੈਗੇ ਆ, ਬੜੇ ਲੜਾਕੂ ਵੀ ਹੈਗੇ। ਸਾਰੀਆਂ ਜਿਹੜੀਆਂ ਸਾਡੀਆਂ ਖੂਬੀਆਂ ਆ ਉਹ ਸਾਰੇ ਸੰਸਾਰ 'ਚ ਤੇ ਸਾਰੇ ਦੇਸ਼ 'ਚ ਜਾਣੀਆਂ ਚਾਹੀਦੀਆਂ, ਨਾ ਕਿ ਇਹੋ ਜਿਹਾ ਕਿਵੇਂ ਜਾਏ ਕਿ ਅਸੀਂ ਸ਼ਰਾਰਤੀ ਲੋਕ ਆ, ਇਸ ਲਈ ਪ੍ਰਧਾਨ ਮੰਤਰੀ ਪੈਰਾਮਿਲਟਰੀ ਫੋਰਸਿਸ, ਫਲਾਨੀਆਂ ਫੋਰਸਿਸ, ਪਤਾ ਨਹੀਂ 10 ਕਿਸਮ ਦੀਆਂ ਵਰਦੀਆਂ ਪਾ ਕੇ ਉੱਥੇ ਉਸ ਮਾਰ ਜਿਮਨਾਸਟਿਕ ਕਰੀ ਜਾਂਦੇ ਆ, ਡੰਡ ਬੈਠਕਾਂ ਮਾਰੀ ਜਾਂਦੇ ਆ। ਗੱਲ ਕੱਖ ਵੀ ਨਹੀਂ ਹੈ। ਗੱਲ ਉੱਥੇ ਕੀ ਆ, ਕਾਲਾ ਕੁੱਤਾ ਵੀ ਨਹੀਂ ਜਾਂਦਾ ਉੱਧਰ ਨੂੰ। ਕੀ ਲੈਣ ਜਾਣਾ? ਪ੍ਰਧਾਨ ਮੰਤਰੀ ਨੇ ਆਉਣਾ, ਉਹਨੇ ਚਲੇ ਜਾਣਾ, 2 ਮਿੰਟ ਲਈ ਬੈਠਾ ਹੋ ਜਹਾਜ਼ ਤੇ,
अपना हैलीकॉप्टर ते उतरूगा चले जाऊगा जो भी है। पर साडे नाल जी ते करदा कि ਉਹ ਸਾਡੇ ਨਾਲ ਲੰਗਰ ਖਾ ਕੇ ਜਾਵੇ, ਬੈਠ ਕੇ ਜਾਏ, है ना। ਕੋਈ ਕਿਸੇ ਨੂੰ ਡਰ ਨਹੀਂ ਹੈ ਇੱਥੇ। ਜੇ ਕੈਨੇਡਾ ਦਾ ਪ੍ਰਧਾਨ ਮੰਤਰੀ ਆ ਕੇ ਲੰਗਰ 'ਚ ਸੇਵਾ ਕਰ ਸਕਦਾ, ਆ ਕੇ ਬੈਠ ਕੇ ਲੰਗਰ ਖਾ ਸਕਦਾ, ਤੇ ਇਹਨਾਂ ਨੂੰ ਵੀ ਕਿਹੜੀ ਗੱਲ ਹੈ, ਹੱਥ ਮਿਲਾਉਣੇ ਸਾਡੇ ਨਾਲ। ਕੋਈ ਇਹੋ ਜਿਹੀ ਗੱਲ ਨਹੀਂ ਹੈ। ਇਹੋ ਜਿਹੀ ਆਪਣੀ ਇੱਛਾ ਪ੍ਰਗਟ ਕਰਨ, ਪੂਰੀ ਹੋਊਗੀ। ਉਹ ਤੇ ਕਹਿੰਦੇ ਆ ਕਿ ਮੈਂ ਬੜੀ ਇੱਜ਼ਤ ਕਰਦਾ। ਹੁਣ ਇੱਜ਼ਤ ਉਹ ਕਿਸ ਤਰ੍ਹਾਂ ਦੀ ਕਰਦੇ ਆ, ਨਾਲੋਂ ਨਾਲ ਬੇਵਿਸ਼ਵਾਸੀ, ਨਾਲੋਂ ਨਾਲ ਇੱਜ਼ਤ, ਦੋਵੇਂ ਗੱਲਾਂ ਨਹੀਂ ਹੁੰਦੀਆਂ। ਆਪਾਂ ਨੂੰ ਆਪਾਂ ਨੇ ਪਹਿਲਾਂ ਤੇ ਆਪਾਂ ਆਪਣੇ ਆਪ ਨੂੰ ਥੋੜਾ ਜਿਹਾ ਇਸ ਦੇ ਉੱਤੇ ਸੰਜੀਦਾਪਣ ਦਿਖਾਈਏ, ਔਰ ਦੂਸਰਾ ਹੀ ਅਸੀਂ ਇਹ ਵੀ ਉਮੀਦ ਕਰਾਂਗੇ ਕਿ ਕੇਂਦਰ ਵੀ, ਕੇਂਦਰ ਦੀਆਂ ਏਜੰਸੀਆਂ ਵੀ, ਕੇਂਦਰ ਦੀਆਂ ਸਿਕਿਉਰਿਟੀ ਫੋਰਸਿਸ ਵੀ ਉਸ ਤਰੀਕੇ ਨਾਲ ਨਾ ਵਰਤਾਓ ਕਰਨ ਜਿਹਦੇ ਨਾਲ ਐਵੇਂ ਲੱਗੇ ਕਿ ਪਤਾ ਨਹੀਂ ਉਹ ਪ੍ਰਧਾਨ ਮੰਤਰੀ ਜੀ ਲਾਹੌਰ ਰੈਲੀ ਕਰਨ ਜਾ ਰਹੇ ਆ, ਕਿਤੇ ਮੁੱਲਾਂਪੁਰ ਨਹੀਂ ਆ ਰਹੇ। ਇਸ ਤਰ੍ਹਾਂ ਨਹੀਂ ਲੱਗਣਾ ਚਾਹੀਦਾ। ਜੀ ਬਿਲਕੁਲ, ਕਹਿ ਸਕਦੇ ਆ ਕਿ ਪ੍ਰਧਾਨ ਮੰਤਰੀ ਸਾਹਿਬ ਦਾ ਪੰਜਾਬ ਵਾਸੀ ਧੰਨਵਾਦ ਕਰਦੇ ਨੇ, ਦਿਲੋਂ ਕਰਦੇ ਨੇ। ਪਰ ਜੇ ਪੰਜਾਬੀਆਂ ਦੇ ਲਈ ਕੋਈ ਚੰਗਾ ਸੁਨੇਹਾ ਵੀ ਨਾਲ ਲੈ ਕੇ ਆਉਣ, ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਗਏ ਸੀ ਕਿ ਕਹਿੰਦੇ ਜੀ ਆਰਥਿਕ ਪੈਕੇਜ ਦੇ ਦਿਓ, ਕੋਈ ਚੰਗਾ ਹਲਾਰਾ ਮਿਲ ਜੇ। ਮੈਂ ਪ੍ਰੋਫੈਸਰ ਸਾਹਿਬ ਹੁਣ ਜੇ ਪੰਜਾਬ ਦੀ ਗੱਲ ਕਰ ਲਿਆ, ਪਹਿਲਾਂ ਤਾਂ ਗ੍ਰਿਫਤਾਰੀਆਂ ਤੋਂ ਗੱਲ ਕਰਦੇ ਆ ਕਿ ਭਾਰਤ ਭੂਸ਼ਣ ਆਸ਼ੂ ਹੋਰਾਂ ਨੂੰ ਤਾਂ ਚਲੋ ਰਿਮਾਂਡ ਤੇ ਲੈ ਲਿਆ ਗਿਆ। ਅੱਗੋਂ ਜਿਹੜੇ ਕੁਲਦੀਪ ਧਾਲੀਵਾਲ ਨੇ ਪੰਜਾਬ ਦੇ ਕੈਬਨਿਟ ਮੰਤਰੀ, ਪੰਚਾਇਤ ਮੰਤਰੀ, ਉਹ ਕਹਿੰਦੇ ਕਿ ਜਿਹੜੇ ਕਪੜੇ ਦੀ ਅਸੀਂ ਪੜਤਾਲ ਕਰ ਰਹੇ ਆ ਉਹ ਵੀ ਤਿਆਰ ਆ, ਮੁੱਖ ਮੰਤਰੀ ਸਾਹਿਬ ਤੱਕ ਫਾਈਲਾਂ ਪਹੁੰਚੀਆਂ ਹੋਈਆਂ। ਸ਼ਾਇਦ ਪਿਛਲੇ ਦਿਨਾਂ ਤ੍ਰਿਪਤ ਬਾਜਵਾ ਹੋਰਾਂ ਦਾ ਜ਼ਿਕਰ ਆਉਂਦਾ ਸੀ ਕਿ ਉਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾਣਾ। ਫਿਰ ਉਧਰੋਂ ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ ਵੀ ਕਹਿੰਦੇ ਇੱਕ ਸ਼ਿਕਾਇਤ ਵਿਜੀਲੈਂਸ ਦੇ ਕੋਲ ਪਹੁੰਚੀ ਹੈ। ਮਤਲਬ ਹੌਲੀ ਹੌਲੀ ਸਾਰਾ ਕੁਝ ਬਾਹਰ ਨਿਕਲਦਾ ਜਾ ਰਿਹਾ। ਪਰ ਇਹਦੇ ਵਿੱਚ ਇੱਕ ਖਾਸ ਗੱਲ ਇਹ ਆ ਕਿ ਹੁਣ ਤੱਕ ਆਈਏਐਸ ਲੌਬੀ ਨੂੰ ਉਸ ਕਿਸਮ ਦੀ ਨੱਥ ਨਹੀਂ ਪਾਈ ਗਈ। ਠੀਕ ਹੈ, ਸੰਜੇ ਪੋਪਲੀ ਨੂੰ ਫੜਿਆ, ਉਹ ਵੱਖਰਾ ਮਾਮਲਾ ਸੀ, ਪਰ ਜਿਹੜੇ ਸਰਕਾਰਾਂ ਨਾਲ ਮਿਲ ਕੇ ਕਰਦੇ ਰਹੇ ਅਫਸਰਸ਼ਾਹੀ, ਉਹਨਾਂ ਨੂੰ ਹੱਥ ਨਹੀਂ ਪਾਏਗਾ। ਉੱਪਰ ਕੈਬਨਿਟ ਮੰਤਰੀ ਸਾਬਕਾ ਜਾਂ ਮੌਜੂਦਾ ਐਮਐਲਏ ਦਾ ਵੀ ਕਿਸੇ ਦਾ ਨਾਮ ਕਹਿੰਦੇ ਵਿੱਚ ਆ ਰਿਹਾ। ਇਸੇ ਕਰਕੇ ਨਾ ਇਹਨਾਂ ਦੀ ਇਮਾਨਦਾਰੀ ਦੇ ਸੁਖਵਿੰਦਰ ਥੋੜਾ ਲੋਕਾਂ ਨੂੰ ਸ਼ੰਕਾ ਹੁੰਦੀ ਹੈ। ਮੈਂ ਸ਼ੁਰੂ 'ਚ ਇਹ ਗੱਲ ਦੱਸ ਦਿਆਂ ਵੀ ਘੱਟ ਇੱਥੇ ਕੋਈ ਨਹੀਂ, ਬਹੁਤ ਦੋਈ ਹੱਥੀਂ ਸੂਬੇ ਨੂੰ ਲੁੱਟਿਆ ਆ। ਤੁਸੀਂ ਇੱਕ ਮੋਟੀ ਮੋਟੀ ਕੈਲਕੂਲੇਸ਼ਨ ਆ, ਬਹੁਤੀਆਂ ਤੁਹਾਨੂੰ ਉਹਦੇ 'ਚ ਹਿਸਾਬ ਕਿਤਾਬ 'ਚ ਲੋੜ ਨਹੀਂ ਜਾਣ ਦੀ। ਜੇ 20 ਲੱਖ ਰੁਪਈਆ ਇੱਕ ਐਮਐਲਏ ਦੇ ਖੜੇ ਹੋਣ ਲਈ ਇਲੈਕਸ਼ਨ ਕਮਿਸ਼ਨ ਵੱਲੋਂ ਪ੍ਰਵਾਨਗੀ ਹੈਗੀ ਉਹਦੀ ਕਿ ਤੁਸੀਂ ਕਰ ਲਓ, ਜੇ ਨਹੀਂ ਤੁਹਾਡੇ ਕੋਲ ਰਿਹਾ ਜਾਂਦਾ ਕਰ ਲਓ ਖਰਚਾ, ਤੇ ਉਹਦੀ ਜਗ੍ਹਾ ਇੱਕ ਕੈਂਡੀਡੇਟ 20 ਕਰੋੜ ਰੁਪਈਆ ਖਰਚ ਕਰ ਦਿੰਦਾ। ਸਰਪੰਚ ਤੇ ਕੋਈ ਵੀ ਪੈਸਾ ਖਰਚ ਨਹੀਂ ਹੋਣਾ, ਉੱਥੇ ਉਹ 10 ਲੱਖ ਕਰ ਦਿੰਦਾ। ਉੱਥੇ ਤੇ ਪਿੰਡ 'ਚ ਹੀ ਜਾਣਾ, ਉੱਥੇ ਕਿਹੜੀਆਂ ਵੱਡੇ ਪੋਸਟਰ ਤੇ ਰੈਲੀਆਂ ਕਰਨੀਆਂ, ਪਿੰਡ 'ਚ ਹੀ ਗੱਲਾਂ ਕਰਨੀਆਂ, ਉੱਥੇ ਵੀ ਉਹ 10 ਲੱਖ ਲਾ ਦਿੰਦਾ। ਤੁਹਾਡਾ ਕੀ ਖਿਆਲ ਹੈ? ਉਹਨਾਂ ਦੇ ਅੰਦਰ ਸੇਵਾ ਭਾਵ ਇੰਨੀ ਜ਼ਿਆਦਾ ਕਿ ਪਿਛਲੀਆਂ 7 ਪੀੜ੍ਹੀਆਂ ਦੀ ਕਮਾਈ ਹੋਈ ਜਾਇਦਾਦ ਉਹ ਇਲੈਕਸ਼ਨ 'ਚ ਲਾ ਕੇ ਤੇ ਇਸ ਲਈ ਸੱਤਾ 'ਚ ਆਉਣਗੇ ਕਿ ਮੈਂ ਤੇ ਯਾਰ ਹੁਣ ਸਾਰੀ ਦੀ ਸਾਰੀ ਜਿਹੜੀ ਆ ਸੇਵਾ ਜ਼ਿੰਦਗੀ ਦੇਸ਼ ਦੇ ਲੇਖੇ ਸ਼ਹੀਦ ਭਗਤ ਸਿੰਘ ਵਾਂਗੂ ਲਾਉਣੀ ਆ ਜਾਂ ਡਾਕਟਰ ਭੀਮ ਰਾਓ ਅੰਬੇਦਕਰ ਵਾਂਗੂ ਲਾਉਣੀ ਆ। ਇਸ ਕਰਕੇ ਆਉਂਦੇ ਆ। ਆਪਾਂ ਸਾਰੇ ਜਾਣਦੇ ਆ, ਬੱਚਾ ਬੱਚਾ ਜਾਣਦਾ, ਕੱਲਾ ਕੱਲਾ ਵੋਟਰ ਜਾਣਦਾ ਵੀ ਕਿਉਂ ਆਉਂਦੇ ਆ ਇੰਨਾ ਪੈਸਾ ਖਰਚ ਕੇ, ਤਾਂ ਕਿ ਦੁੱਗਣੇ ਪੈਸੇ ਬਣਾਏ ਜਾਣ, ਤਿੱਗਣੇ ਪੈਸੇ ਬਣਾਏ ਜਾਣ। ਆਪਣੀ ਪੂਰੀ ਪੀੜ੍ਹੀ, ਪਰਿਵਾਰ, ਚਾਚੇ ਨਾਨੇ ਤਾਏ ਭਤੀਜੇ ਭੈਣਾਂ ਸਾਲੀਆਂ ਸਾਲੇ ਸਾਰਿਆਂ ਨੂੰ ਸੈੱਟ ਕੀਤਾ ਜਾਏ। ਸੈੱਟ ਕੀਤਾ ਜਾਏ ਜਾਣੀ ਕੁਛ ਨੂੰ ਬਾਹਰ ਭੇਜਿਆ ਜਾਏ, ਕੁਛ ਦੇ ਨਾਂ ਬੇਨਾਮੀ ਜਾਇਦਾਦਾਂ ਟਰਾਂਸਫਰ ਕੀਤੀਆਂ ਜਾਣ। ਇਹ ਉਹ ਸਾਰਾ ਸਾਡੇ ਸਾਹਮਣੇ ਅੱਖਾਂ ਦੇ ਰੋਜ਼ ਹੁੰਦਾ ਦਿਖਦਾ। ਇਹ ਹੁੰਦਾ ਕਿਹਦੇ ਕਿਹਦੇ ਨਾਲ ਰਲ ਕੇ? ਜੋ ਤੁਸੀਂ ਕਿਹਾ, ਪੁਲਿਸ ਵਾਲਿਆਂ ਨਾਲ ਰਲ ਕੇ, ਰੈਵਨਿਊ ਡਿਪਾਰਟਮੈਂਟ ਨਾਲ ਰਲ ਕੇ ਤੇ ਅਫਸਰਸ਼ਾਹੀ ਨਾਲ ਰਲ ਕੇ ਹੁੰਦਾ। ਬਿਲਕੁਲ ਹੁੰਦਾ। ਕਿਤੇ ਨਾ ਕਿਤੇ ਦਾ ਲੱਗੇ ਤੇ ਉਹ ਕੋਰਟ ਕਚਹਿਰੀਆਂ 'ਚ ਵੀ ਆਪਣੀ ਚੁੰਝ ਰਾਜਨੀਤਿਕ ਲੋਕ ਮਾਰ ਜਾਂਦੇ ਆ ਇਨਡਾਇਰੈਕਟਲੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਸ ਲਈ ਇਹ ਤੇ ਅਜੇ ਸ਼ੁਰੂਆਤ ਆ। ਮੈਂ ਤੇ ਕਹਿੰਦਾ ਕਿ ਇਹ ਜੇ ਗੱਲ ਰੌਲਾ ਰੱਪਾ ਪੈਂਦਾ, ਆ ਵੀ ਫੜ ਲਿਆ, ਉਹ ਵੀ ਜੇਲ੍ਹ ਸੁੱਟਦਾ, ਚੰਗੀ ਗੱਲ ਹੈ। ਲੋਕਾਂ ਦੇ ਸਾਹਮਣੇ ਇਹ ਸਾਰਾ ਜਿਹੜਾ ਸਿਸਟਮ ਆ ਲੁੱਟ ਖੋਹ ਦਾ, ਇਹ ਨੰਗਾ ਹੋਣਾ ਚਾਹੀਦਾ। ਬਾਕੀ ਦੇ ਵੀ ਜੇ ਕੋਈ ਇਹਨਾਂ ਨੂੰ ਲੱਗਦਾ ਵੈਂਡੇਟਾ ਨਾ ਹੋਏ, ਸਿਰਫ ਸੁੱਟਣ ਲਈ ਅੰਦਰ ਨਾ ਸੁੱਟਿਆ ਜਾਵੇ। ਹੁਣ ਮਜੀਠੀਏ ਦਾ ਇੰਨਾ ਕੇਜਰੀਵਾਲ ਨੇ ਰੌਲਾ ਪਾਇਆ, ਓਏ ਤੁਹਾਡਾ ਫਲਾਨਾ, ਮਾਫੀ ਵੀ ਮੰਗੀ ਬਾਅਦ 'ਚ ਆ ਕੇ। ਫਿਰ ਹੋਇਆ ਕੀ? ਉਹ ਮਜੀਠੀਆ ਬਾਹਰ ਫਿਰ ਰਿਹਾ। ਉਹ ਅੱਗੇ ਨੂੰ ਤਕੜਾ ਹੋ ਕੇ ਨਿਕਲੇ। ਉਹ ਕਹਿੰਦੇ ਹੁਣ ਹੱਥ ਲਾਓ ਵੀ ਅੱਗੇ ਤੇ ਕਰਨਾ ਸੀ ਜੋ ਕਰ ਲਿਆ, ਹੁਣ ਦੱਸੋ ਮੈਨੂੰ ਕੀ ਕਰਨਾ। ਉਹ ਦੂਜਿਆਂ ਨੂੰ ਹੁਣ ਮੱਤ ਦੇ ਰਹੇ ਆ ਵੀ ਤੁਹਾਨੂੰ ਕੀ ਕਰਨਾ ਚਾਹੀਦਾ, ਤੁਹਾਨੂੰ ਜੇਲ੍ਹ 'ਚ ਜਾਣਾ ਚਾਹੀਦਾ। ਇਹ ਚੰਗੀ ਗੱਲ ਆ, ਉਹ ਹਿੰਮਤ ਦੇ ਰਿਹਾ। ਇਸੇ ਤਰ੍ਹਾਂ ਆਸ਼ੂ ਵੀ ਜੇ 4-5 ਮਹੀਨੇ ਜਾ ਆਊਗਾ
ਜਾਂ ਧਰਮਸੋਤ ਅੰਦਰ ਗਿਆ, ਥੋੜਾ ਇੱਕ ਤੇ ਬੰਦਾ ਸਿਆਣਪ ਚ ਆ ਜਾਂਦਾ, ਥੋੜਾ ਗੱਲਾਂ ਬਾਤਾਂ ਕੈਦੀਆਂ ਦੀਆਂ ਸੁਣ ਕੇ ਬਹੁਤ ਅਕਲ ਆਉਂਦੀ ਆ, ਅੱਧਾ ਤੇ ਵਕੀਲ ਬਣ ਜਾਂਦਾ। ਨਾਲੇ ਤੁਸੀਂ ਜਿਹੜੀ ਫਾਲਤੂ ਐਵੇਂ ਹਵਾਬਾਜੀ ਚ ਤੁਰੇ ਫਿਰਦਾ ਹੁੰਦਾ ਦਿਮਾਗ, ਉਹ ਤੁਹਾਡਾ ਸੂਤਰ ਹੋ ਜਾਂਦਾ, ਤੁਸੀਂ ਧਰਤੀ ਨਾਲ ਜੁੜ ਜਾਂਦੇ ਦੁਬਾਰਾ, ਆਮ ਲੋਕਾਂ ਚ ਜੁੜ ਜਾਂਦੇ। ਬੜੇ ਫਾਇਦੇ ਆ ਜੇਲ੍ਹ ਚ ਜਾਣ ਦੇ। 2 ਮਹੀਨੇ ਮੈਂ ਵੀ ਜਦੋਂ ਸਟੂਡੈਂਟ ਲੀਡਰ ਸੀ ਲਾ ਕੇ ਆਇਆ ਸੀਗਾ, ਤੇ ਜੇਲ੍ਹ ਚ ਬੈਡਮਿੰਟਨ ਸਿੱਖਿਆ, ਉਰਦੂ ਪੜ੍ਹਨਾ ਸਿੱਖਿਆ, ਕੁਸ਼ਤੀ ਕਰਦੇ ਸੀਗੇ, ਸਿਹਤ ਵੀ ਠੀਕ ਕੀਤੀ ਆਪਣੀ। ਅਸੀਂ, ਮੈਂ ਆਪਣੇ ਤੌਰ ਤੇ, ਅਸੀਂ 3-4 ਲੀਡਰ ਸੀਗੇ ਤੇ ਸਾਨੂੰ ਕੋਈ ਤਕਲੀਫ ਨਹੀਂ ਹੋਈ। ਬੜੇ ਬੜੇ ਲੀਡਰ, ਈਵਨ ਪ੍ਰਕਾਸ਼ ਸਿੰਘ ਬਾਦਲ ਵੀ ਸਾਨੂੰ ਉਦੋਂ 72 ਦੀ ਗੱਲ ਕਰ ਰਿਹਾ ਮਿਲਣ ਆਏ। ਕੋਈ ਇਹ ਬੁਰੀ ਗੱਲ ਨਹੀਂ ਹੈ, ਇੰਨਾ ਹੀ ਫਰਕ ਹੈ ਕਿ ਇਹ ਥੋੜਾ ਜਿਹਾ ਪੁੱਠੇ ਸਿੱਧੇ ਪਾਸਿਓਂ ਅਸੀਂ ਜਰਾ ਲੀਡਰ ਦੇ ਤੌਰ ਤੇ ਗਏ ਸੀਗੇ। ਇਹਨਾਂ ਦਾ ਆਇਆ ਵੀ ਚੋਰ ਆ ਚੋਰ ਆ ਚੋਰ ਆ, ਉਹਦਾ ਰੌਲਾ ਪੈ ਕੇ ਵੀ ਖਾ ਗਏ, ਲੁੱਟ ਲਿਆ। ਆ ਟੈਂਡਰਿੰਗ ਘਟਾਲਾ ਟਰਾਂਸਪੋਰਟ ਦਾ ਹੋ ਗਿਆ, ਕਿਸੇ ਦਾ ਦੂਜਾ ਹੋ ਜੂ, ਕਿਸੇ ਦੀ ਪੰਚਾਇਤ ਦੀ ਜ਼ਮੀਨ ਦਾ ਹੋ ਜੂ। ਤੇ ਜਾਣ ਚ ਕੋਈ ਹਰਜ ਨਹੀਂ, ਲੋਕਾਂ ਨੂੰ ਵੀ ਪਤਾ ਲੱਗੇ ਕਿ ਥੋੜਾ ਜਿਹਾ ਡਰ ਭੌ ਵੀ ਹੋਵੇ। ਪਰ ਇਹ ਗੱਲ ਇੱਥੇ ਹੀ ਨਾ ਖਤਮ ਕਰਿਓ, ਜਦੋਂ ਸ਼ੁਰੂ ਕੀਤੀ ਤੇ ਸਿਰੇ ਲਾ ਦਿਓ। ਸਭ ਤੋਂ ਵੱਧ ਜਿਹੜੀ ਇਸ ਵੇਲੇ ਕਰਪਸ਼ਨ ਦੀ ਢੇਰ ਹੁੰਦੀ ਆ, ਜਿਹੜੀ ਜਾਣੀ ਕਰਪਸ਼ਨ ਦੇ ਦਾ, ਜਿਸ ਤਰ੍ਹਾਂ ਤੁਸੀਂ ਕਹਿੰਦੇ ਆ ਬਿਲਡਿੰਗ ਬਣਦੀ ਆ ਨਾ, ਸਰੀਏ ਤੋਂ ਬਗੈਰ ਬਿਲਡਿੰਗ ਤੇ ਪੱਕੀ ਹੁੰਦੀ ਨਹੀਂ। ਸਰੀਏ ਦਾ ਕੀ ਕੰਮ ਹੈ? ਆਰਸੀਸੀ ਦੇ ਵਿੱਚ ਸੀਮਿੰਟ ਜਿੰਨਾ ਮਰਜ਼ੀ ਲਾ ਦਿਓ, ਇੱਟਾਂ ਲਾ ਦਿਓ, ਉਹ ਮਜ਼ਬੂਤ ਨਹੀਂ ਹੁੰਦੀ। ਇਹ ਕਰਪਸ਼ਨ ਦੀ ਜਿਹੜੀ ਉਹ ਸਰੀਆ ਨਾ, ਉਹ ਪੁਲਿਸ ਹੈਗੀ ਆ ਸਾਡੀ। ਉਹਨੇ ਹੀ ਫੜਨਾ, ਉਹਨੇ ਹੀ ਧਾਰਾ ਲਾਉਣੀਆਂ, ਉਹਨੇ ਕੱਚੀ ਪੱਕੀ ਰਿਪੋਰਟ ਦਰਜ ਕਰਨੀ, ਉਹ ਕਰਨੀ। ਤੇ ਜੇ ਉਹ ਖੁਦ ਹੀ ਇਹ ਸਾਰਾ ਕੁਝ ਆਪਣੇ ਪੈਸਾ ਲੁੱਟਣ ਲਈ ਕਰ ਰਿਹਾ, ਤੇ ਉਹਨਾਂ ਨੂੰ ਕੌਣ ਫੜੂਗਾ? ਕੌਣ ਕਹੇ ਰਾਣੀਏ ਅੱਗਾ ਟੱਕ, ਉਹਨਾਂ ਨੂੰ ਕੌਣ ਸ਼ਰਮਿੰਦਾ ਕਰੂ? ਉਹਨਾਂ ਨੂੰ ਕੌਣ ਰੋਕੂਗਾ? ਉਹ ਤੇ ਖੁਦ ਆਲ ਐਮਪਾਵਰਡ ਹੈਗੇ। ਤਾਂਹੀਓ ਤੇ ਬਰਗਾੜੀ ਵਾਲਾ ਕੇਸ ਅਜੇ ਤੱਕ ਕੁਝ ਹੋਇਆ ਨਹੀਂ, ਨਾ ਕੋਈ ਹੋਰ ਹੋਵੇ। ਉਹ ਕਪੂਰਥਲੇ ਵਾਲਾ ਵੀ ਨਹੀਂ ਹੋਇਆ, ਕਿਉਂਕਿ ਪੁਲਿਸ ਦੇ ਵਿੱਚ ਆਉਣਾ। ਤੁਸੀਂ ਇੱਕ ਸੈਣੀ ਨੂੰ 30 ਸਾਲ ਹੋ ਗਏ ਤੁਹਾਨੂੰ ਭੱਜੇ ਫਿਰਦੇ ਆ, ਹੱਥ ਲਾ ਕੇ ਦਿਖਾ ਲਓ, ਉਲਟਾ ਉਹ ਤੁਹਾਨੂੰ ਅਜੇ ਵੀ ਠਿੱਬੀ ਮਾਰ ਜਾਂਦਾ। ਇਸ ਲਈ ਤੁਸੀਂ ਪੁਲਿਸ ਵਾਲਿਆਂ ਵੱਲ, ਇਹਨਾਂ ਨੇ ਤਾਂ ਉਲਟਾ ਕਹਿ ਦਿੱਤਾ, ਆਉਂਦਿਆਂ ਥਾਪੜਾ ਦੇ ਦਿੱਤਾ ਵੀ ਆਓ ਤੁਹਾਡੀ ਹੋਰ ਭਰਤੀ ਵੀ ਕਰਦੇ, ਕਰੋ ਭਰਤੀ, ਲੋੜ ਵੀ ਹੈਗੀ ਆ। ਨਾਲ ਇਹ ਕਹਿ ਦਿੱਤਾ ਕਿ ਦੇਖੋ ਭਾਈ, ਜਿਹੜਾ ਔਨ ਡਿਊਟੀ ਕਿਸੇ ਦੀ ਕੋਈ ਡੈਥ ਹੋਈ 1 ਕਰੋੜ ਰੁਪਇਆ ਦੇਵਾਂਗੇ, ਹੋਰ ਨਹੀਂ ਕਿਸੇ ਨੂੰ, ਨਾ ਮਜ਼ਦੂਰ ਨੂੰ, ਕਿਸਾਨਾਂ ਨੂੰ, ਘਰ ਦੀ ਸਮਾਣੀ ਨੂੰ ਨਹੀਂ, ਕੋਈ ਹੋਰ EMPLOYE ਨੂੰ ਨਹੀਂ, ਇਹਨਾਂ ਨੂੰ ਦੇਵਾਂਗੇ। ਜਾਣੀ ਤੁਸੀਂ ਹੋਰ ਮਾਫੀਆ ਜਿਹੜੇ ਆ ਉਹਨਾਂ ਨੂੰ ਮਜ਼ਬੂਤ ਕਰੋ, ਔਰ ਡਰੱਗ ਜਿਹੜੀ ਆ ਵੇਚਣ ਦੇ ਵਿੱਚ ਮਦਦ ਕਰੋ, ਤੇ ਰੇਤ ਦਾ ਬਜਰੀ ਦੇ ਮਾਫੀਏ ਚ ਵੀ ਮਦਦ ਕਰੋ। ਸਾਰੇ ਪੁੱਠੇ ਕੰਮਾਂ ਦੇ ਵਿੱਚ ਤੁਸੀਂ ਹਰ ਪੋਲੀਟੀਸ਼ੀਅਨ ਦੀ, ਹਰ ਅਫਸਰ ਦੀ ਪੈਰਵਾਈ ਕਰੋ, ਤਾਂ ਕਿ ਸਾਰੇ ਬਚੇ ਰਹਿਣ ਤੇ ਰਲ ਮਿਲ ਕੇ ਆਪਾਂ ਖਾਈਏ, ਜਿਹੜੀਆਂ ਮਲਾਈਆਂ ਤੇ ਮੌਜਾਂ ਕਰੀਏ। ਇਹ ਸਾਰਾ ਜੇ ਨੰਗਾ ਕਰਨਾ, ਸਿਸਟਮ ਨੂੰ ਨੰਗਾ ਕਰਨਾ, ਤਾਂ ਇਹਨਾਂ ਦਾ ਜੋਖਮ ਬਹੁਤ ਹੋਊਗਾ। ਆਮ ਆਦਮੀ ਪਾਰਟੀ ਦਾ, ਭਗਵੰਤ ਮਾਨ ਦਾ ਕੰਮ ਬਹੁਤ ਵੱਡਾ ਹੋਊਗਾ। ਇਹ ਅਜੇ ਜਿਹਨੂੰ ਤੁਸੀਂ ਅੰਗਰੇਜ਼ੀ ਚ ਕਹਿੰਦੇ ਟਿਪ ਆਫ ਦਾ ਆਈਸਬਰਗ, ਜਿਹੜਾ ਅਸਲੀ ਪ੍ਰੋਬਲਮ ਤੇ ਐਡੀ ਵਿਸ਼ਾਲ ਤੇ ਇੰਨੀ ਗਹਿਰੀ ਤੇ ਇੰਨੀ ਫੈਲੀ ਹੋਈ ਆ, ਇਹ ਅਜੇ ਐਵੇਂ ਮਤਲਬ ਥੋੜਾ ਤੁਸੀਂ ਸਮਝ ਲਓ ਕਿ ਬਾਰੀ ਗੱਲ ਹੈ ਕਿ ਇਹਨੂੰ ਹੀ ਐਂਡ ਸਮਝ ਕੇ ਨਾ ਖਤਮ ਕਰ ਦੇਣ। ਇਹ ਇਹਨਾਂ ਦਾ ਬਹੁਤਿਆਂ ਦਾ ਕੁਝ ਹੋਣਾ ਨਹੀਂ, ਇਹ ਵੀ ਮੈਂ ਤੁਹਾਨੂੰ ਦੱਸ ਦਿਆਂ। ਸਾਡੀ ਕਾਨੂੰਨ ਦੀ ਵਿਵਸਥਾ ਇਹੋ ਜਿਹੀ ਆ, 14 ਸਾਲ, 20 ਸਾਲ, 25, ਜਿਵੇਂ ਸੈਣੀ ਦੀ ਤੁਹਾਨੂੰ ਦੱਸੀ ਆ ਗੱਲ, 30 ਸਾਲ ਹੋ ਗਏ ਤੇ ਅਜੇ ਤੱਕ ਕੋਈ ਨਹੀਂ, ਮਲਤਾਨੀ ਦੇ ਕੇਸ 'ਚ ਕੋਈ ਨਹੀਂ ਬਣਿਆ। ਇਹ ਇੰਜੀਨੀਅਰ ਦੀ ਜਿਹੜੇ ਹੋਏ। ਇਸ ਲਈ ਇਹ ਸੁਖਵਿੰਦਰ, ਮੇਰਾ ਇਹੀ ਕਹਿਣਾ ਹੈ ਕਿ ਕਰਪਸ਼ਨ ਦੇ ਸਿਸਟਮ ਨੂੰ ਕਿਵੇਂ ਤੋੜਨਾ, ਅਸੀਂ ਸ਼ੁਰੂ ਤੋਂ ਗੱਲ ਕਹੀ, ਬੰਦੇ ਕੌਣ ਆ ਕਿੱਦਾਂ ਨਹੀਂ, ਕਰਪਸ਼ਨ ਵਾਲਾ ਸਿਸਟਮ ਜੇ ਬਦਲ ਦਿੱਤਾ ਜਾਏ, ਸਾਡੇ ਨਾਲੋਂ ਵੱਧ ਖੁਸ਼ੀ ਕਿਸੇ ਨੂੰ ਨਹੀਂ ਹੋਊਗੀ। ਪਰ ਕਿਤੇ ਸਾਰਾ ਟਾਈਮ ਇਹ ਕਰਪਸ਼ਨ ਖਤਮ ਕਰਦੇ ਹੀ ਨਾ ਲਾ ਦੇਣ, ਇਹ ਨਾ ਹੋਵੇ ਕਿ ਵਿੱਚੇ ਵਿੱਚ ਇਹ ਆਪ ਹੀ ਸਾਹ ਤੋੜ ਜਾਣ। ਕਿਉਂਕਿ ਬਾਕੀ ਫੌਜਾਂ ਵੀ ਜਿਹੜੀਆਂ ਚਾਰੇ ਪਾਸੇ, ਉਹ ਆਪਣੀ ਲਾਮਬੰਦੀ ਕਰ ਰਹੀਆਂ, ਘੇਰਾਬੰਦੀ ਕਰ ਰਹੀਆਂ, ਝੰਡੇ ਨਵੇਂ ਸਵਾ ਰਹੀਆਂ ਤੇ ਡੰਡਿਆਂ ਨੂੰ ਤੇਲ ਲਾ ਰਹੀਆਂ। ਇਹਦਾ ਕੀ ਬਣੂਗਾ, ਇਹ ਨਾਲੋਂ ਨਾਲ ਜ਼ਰੂਰ ਸੋਚਣ। ਹਾਂਜੀ, ਸਹੀ ਗੱਲ ਹੈ। ਲੀਡਰ ਜਿਹੜੇ ਨੇ ਉਹ ਅੰਦਰ ਜਾ ਕੇ ਹੋਰ ਤਕੜੇ ਹੋ ਜਾਂਦੇ ਨੇ। ਉਹ ਕਹਿੰਦੇ ਫਿਰ ਕੀ ਹੈ, ਰੋਟੀ ਖਾਣੀ ਹੈ, 2 ਅੰਦਰ ਖਾਣੀਆਂ, 2 ਬਾਹਰ ਖਾਣੀਆਂ, ਜਾਂ ਫਿਰ ਐਸ਼ੋ ਆਰਾਮ ਮਿਲ ਜਾਂਦਾ ਕਿਸੇ ਨਾ ਕਿਸੇ ਢੰਗ ਦੇ ਨਾਲ। ਜੇ ਉੱਤੇ ਦਾ ਰਾਜ ਚੱਲਦਾ ਜੇਲ੍ਹਾਂ ਦੇ ਵਿੱਚ, ਤਾਂ ਇਹ ਤਾਂ ਫਿਰ ਲੀਡਰ ਨੇ। ਮੈਂ ਗੱਲ ਪ੍ਰੋਫੈਸਰ ਅਗਲੀ ਇਹ ਆ ਕਿ ਪੰਜਾਬ ਦੇ ਖਰਚਿਆਂ ਦੀ ਗੱਲ, ਕਰਜ਼ੇ ਤੇ ਕਰਜ਼ਾ ਚੜੀ ਜਾਂਦਾ, ਸਾਰੇ ਸਰਕਾਰੀ ਮਹਿਕਮੇ ਏਦਾਂ ਲੱਗਦਾ ਹੈ ਕਿ ਸਰਕਾਰ ਨੇ ਇਹਨਾਂ ਨੂੰ ਝੂਠੇ ਫੜਾ ਦੇਣੇ ਨੇ, ਤੇ ਮੁੜ ਕੇ ਫਿਰ ਉਹੀ ਗੱਲ ਆ ਜਾਣੀ ਹੈ ਕਿ ਜੀ ਇਹ ਪ੍ਰਾਈਵੇਟ ਵਾਲਿਆਂ ਤੋਂ ਹੀ ਸੂਤਰ ਆਉਣਗੇ, ਸਾਡੇ ਤਾਂ ਹੱਥ ਬਣਦਾ ਨਹੀਂ। ਮੈਂ ਗੱਲ ਉਹ ਪੰਜਾਬ ਕਾਰਪੋਰੇਸ਼ਨ ਜਿਹੜੀ ਹੈ, ਬਿਜਲੀ ਦਾ ਮਹਿਕਮਾ, ਉਹਦੀ, ਤੇ ਬੱਸਾਂ ਦੇ ਮਹਿਕਮੇ ਦੀ, ਹੋਰ ਵੀ ਬੜੇ ਮਹਿਕਮੇ ਨੇ, ਸਿਹਤ ਦਾ ਢਾਂਚਾ ਵੀ ਹਿੱਲਿਆ ਹੋਇਆ, ਤਕਰੀਬਨ ਸਭ ਕੁਝ ਹਿੱਲਿਆ ਹੋਇਆ।
ਹਿੱਲਿਆ ਇੰਝ ਕਹਿ ਲਓ ਵੀ ਬਹੁਤ ਜ਼ਿਆਦਾ ਕਰਜ਼ਾਈ ਹੈ, ਕੱਲੀ ਸਰਕਾਰ ਹੀ ਕਰਜ਼ਾਈ ਨਹੀਂ ਹੈ, ਮਹਿਕਮੇ ਬੜੇ ਕਰਜ਼ਾਈ ਹੈਗੇ ਆ। ਇਹ ਬਿਮਾਰੀ ਪੈ ਗਈ ਸੀ ਅਕਾਲੀਆਂ ਵੇਲੇ ਤੋਂ ਹੀ। ਉਹਨਾਂ ਬਿਲਡਿੰਗਾਂ ਗਿਰਵੀਆਂ ਰੱਖ ਕੇ, ਮੈਨੂੰ ਯਾਦ ਆ, ਉਹਨਾਂ ਦੇ ਅਗੇਂਸਟ ਕਰਜ਼ਾ ਲੈ ਕੇ ਤੇ ਫਿਰ ਆਪਣੀਆਂ ਤਨਖਾਹਾਂ ਇਹ ਕਈ ਵਾਰੀ ਦਿੱਤੀਆਂ। ਉਦੋਂ ਬਾਅਦ 5 ਸਾਲ ਕੈਪਟਨ ਦੇ ਵੀ ਇੰਜ ਲੰਘ ਗਏ, ਆਪਣੇ ਤੇ ਮਹਿਲ ਉਸਾਰ ਲਏ, ਆਪਣੇ ਪੁਰਾਣੇ ਮਹਿਲ ਚ ਮੋਤੀ ਮਹਿਲ ਦੀ ਵੀ ਕਲੀ ਪੋਚੀ ਸਾਰਾ ਕੁਝ ਕਰਵਾ ਲਿਆ, ਬੜਾ ਉਹਦੀ ਮੇਨਟੇਨੈਂਸ ਬੜੀ ਜ਼ਰੂਰੀ ਸੀ ਕਿਉਂਕਿ ਵਿੱਚ 10 ਸਾਲ ਨਿਕਲ ਗਏ ਸੀ, ਤੇ ਨਵੇਂ ਮਹਿਲ ਵੀ ਉਸਾਰ ਲਏ, ਹੋਰ ਕਈ ਕੁਛ ਆਪਣੀਆਂ ਫਾਈਲਾਂ ਵੀ ਸੈੱਟ ਕਰ ਲਈਆਂ। ਇਹੀ ਕੰਮ ਹੋਇਆ 5 ਸਾਲ। ਉਹ ਜਿਹੜੀ ਅਰਥ ਵਿਵਸਥਾ ਸੀ ਉਹ ਕੋਈ ਨਹੀਂ ਬਹੁਤੀ ਠੀਕ ਹੋਈ। ਹੁਣ ਇਹ ਮੇਰੇ ਭਾਈ ਕਰਪਸ਼ਨ ਦੇ ਵਿਰੁੱਧ ਝਾੜੂ ਤੇ ਡੰਡਾ ਲੈ ਕੇ, ਡੰਡੇ ਵਾਲਾ ਝਾੜੂ ਲੈ ਲਓ, ਕਹਿ ਲਓ, ਲੈ ਕੇ ਚੱਲੇ ਹੋਏ ਆ ਵੀ ਇਹ ਅਸੀਂ ਛੱਡਣੀ ਨਹੀਂ ਹੈ। ਕਰੋ, ਅਸੀਂ ਤੁਹਾਡੇ ਨਾਲ ਆ। ਜੇ ਸਾਨੂੰ ਕੋਈ ਡੰਡਾ ਫੜਾਉਣਾ, ਝੰਡਾ ਫੜਾਉਣਾ ਜਾਂ ਝਾੜੂ ਫੜਾਉਣਾ, ਫੜਾ ਦਿਓ, ਅਸੀਂ ਬਿਲਕੁਲ ਤੁਹਾਡੇ ਨਾਲ ਆ, ਇਮਾਨਦਾਰੀ ਨਾਲ ਤੁਹਾਡੇ ਨਾਲ ਆ। ਪਰ ਆ ਜਿਹੜੇ ਬਾਕੀ ਦੇ ਸਿਆਪੇ ਖੜੇ ਕਰ ਲਏ ਆ, ਜਿਹੜਾ ਕੇਜਰੀਵਾਲ ਬੜਾ ਠੂਏ ਵਾਂਗੂ ਪੂਛ ਚੁੱਕ ਕੇ ਜਗ੍ਹਾ ਜਗ੍ਹਾ ਝੂਠ ਬੋਲਦਾ, ਝੂਠ, ਇਹ ਬੜੀ ਮਾੜੀ ਗੱਲ ਹੈ। ਏਡਾ ਵੱਡਾ ਲੀਡਰ, ਇਹ ਤੇ ਬਹੁਤ ਔਖੇ ਹੁੰਦੇ ਸਾਡੇ ਤੇ ਜਦੋਂ ਇੰਜ ਕਹਿੰਦੇ ਆ। ਤੁਸੀਂ ਇਹ ਗੱਲ ਇੱਕ ਲੀਡਰ ਵੱਲੋਂ ਕਹਿਣੀ ਔਨ ਰਿਕਾਰਡ ਹੈ, ਮੈਂ ਤੇ ਖੁਦ ਸੁਣੀ ਟੀਵੀ ਤੇ ਕਹਿ ਰਿਹਾ, ਜਾਂਦਿਆਂ ਹੀ अहमदाबाद जाके नाल सिसोदिया ਨੂੰ ਲੈ ਕੇ ਕਹਿੰਦਾ, जा करके दिल्ली में पूछो, वहां बिजली फ्री, अस्पताल का इलाज फ्री, मुफ्त, सारी ਸਿੱਖਿਆ ਮੁਫਤ, ਪਾਣੀ ਮੁਫਤ। ਜਾਨੀ ਜਾ ਕੇ ਇੰਜ ਲੱਗਦਾ ਵੀ ਜਿਵੇਂ ਤੁਸੀਂ ਦਿੱਲੀ ਚਲੇ ਜਾਓ ਤਾਂ ਸਵਰਗ ਹੀ ਆ। ਇਹ ਨਹੀਂ ਦੱਸਦੇ ਕਿ ਦਿੱਲੀ ਸ਼ਹਿਰ ਸਾਰੇ ਦੁਨੀਆ ਦੇ ਸ਼ਹਿਰਾਂ ਨਾਲੋਂ ਗੰਦਾ ਹੋ ਗਿਆ, ਰਹਿਣ ਦੇ ਲਾਇਕ ਨਹੀਂ ਰਿਹਾ, ਹਵਾ ਤੁਹਾਡੀ ਠੀਕ ਨਹੀਂ ਹੈਗੀ। ਜਾ ਕੇ ਦੇਖੋ ਨਾ ਪੋਲਿਊਸ਼ਨ ਦਾ ਜਿਹੜਾ ਇੰਡੈਕਸ ਆਉਂਦਾ ਕਿ ਉੱਥੇ ਦਿੱਲੀ ਕਿੱਥੇ ਖੜਾ, ਤੇ ਦੇਸ਼ ਦੀ ਰਾਜਧਾਨੀ ਹੋਵੇ। ਤੁਸੀਂ ਉਹਦੇ ਲਈ ਕੀ ਕੀਤਾ? ਕੀ ਉਹਨੂੰ ਸਾਂਭਣ ਲਈ ਕੀਤਾ? ਕੁਝ ਕੀਤਾ? ਕੁਛ ਨਹੀਂ। ਜਾਣੀ ਇੱਕ ਇਹੋ ਜਿਹੀ ਤੁਣਤੁਣੀ ਜੀ ਫੜੀ ਹੈ, ਮਹੱਲਾ ਕਲੀਨਿਕ, ਮਹੱਲਾ ਕਲੀਨਿਕ, ਮਹੱਲਾ ਕਲੀਨਿਕ। ਬਸ ਪਤਾ ਨਹੀਂ ਮਹੱਲਾ ਕਲੀਨਿਕ ਨਾ ਹੋ ਗਿਆ, ਕੋਈ ਜਾਦੂ ਉੱਥੇ ਰੱਖ ਦਿੱਤਾ, ਜਿਹੜਾ ਬੰਦਾ ਉਹ ਜਾਦੂ ਦੀ ਛੜੀ ਨੂੰ ਹੱਥ ਲਾਉਂਦਾ ਉਹਦਾ ਸਾਰੇ ਰੋਗ ਦੂਰ ਹੋ ਜਾਂਦੇ ਆ। ਇੱਕ ਬਾਬਾ ਰਾਮਦੇਵ ਤੇ ਇੱਕ ਇਹ, ਇਹਨਾਂ ਦੇ ਮਹੱਲਾ ਕਲੀਨਿਕ, ਇਹ ਦੋਵੇਂ ਦੁਨੀਆ ਦੇ ਸਾਰੇ ਰੋਗ ਹੀ ਦੂਰ ਕਰਦੇ ਆ। ਕੁਝ ਇੱਕ ਵਾਰੀ ਹੱਥ ਲਾ ਲਓ ਸਹੀ ਇਹਨਾਂ ਦੀ ਕਿਸੇ ਦਵਾਈ ਨੂੰ, ਸਾਰੇ ਰੋਗ ਦੂਰ। ਇਹ ਗੱਲਾਂ, ਇੰਨਾ ਪ੍ਰੋਪੇਗੰਡਾ, ਇੰਨਾ ਪ੍ਰਚਾਰ, ਇੰਨਾ ਜਾਣੀ ਝੂਠਮ ਝੂਠ, ਝੂਠ ਤੇ ਝੂਠ ਠੋਕੀ ਤੁਰਿਆ ਜਾਣਾ, ਇਹ ਗੱਲ ਠੀਕ ਨਹੀਂ। ਇੱਕ ਇਮਾਨਦਾਰ ਪੋਲੀਟੀਸ਼ੀਅਨ ਲਈ ਠੀਕ ਹੈ, ਤੁਹਾਨੂੰ ਵੋਟਾਂ ਝੂਠ ਬੋਲ ਕੇ ਮਿਲ ਸਕਦੀਆਂ, ਪੰਜਾਬ 'ਚ ਵੀ ਮਿਲ ਗਈਆਂ, ਉੱਥੇ ਵੀ ਮਿਲ ਜਾਣਗੀਆਂ, ਪਰ ਇਹ ਦਿਆਨਤਦਾਰੀ ਨਹੀਂ। ਤੁਸੀਂ ਇੱਕ ਚੰਗੇ ਲੋਕਾਂ ਦੇ ਲੀਡਰ ਨਹੀਂ ਕਦੀ ਵੀ ਬਣ ਸਕਦੇ। ਤੁਸੀਂ ਪ੍ਰਧਾਨ ਮੰਤਰੀ ਬਣ ਸਕਦੇ ਆ, ਤੁਸੀਂ ਚੀਫ ਮਿਨਿਸਟਰ ਬਣ ਸਕਦੇ, ਲੀਡਰ ਨਹੀਂ ਬਣ ਸਕਦੇ, ਕਿਉਂਕਿ ਤੁਸੀਂ ਝੂਠੇ ਆ, ਤੁਸੀਂ ਦਗਾਬਾਜ਼ ਆ, ਤੁਸੀਂ ਹੇਰਾ ਫੇਰੀ ਕਰਕੇ, ਗੱਪ ਮਾਰ ਕੇ ਵੋਟਾਂ ਲੈ ਲੈਂਦੇ ਆ, ਪਰ ਤੁਸੀਂ ਕਦੀ ਵੀ ਦੇਸ਼ ਨੂੰ, ਲੋਕਾਂ ਨੂੰ ਬਚਾਉਣ ਲਈ ਕੁਝ ਨਹੀਂ ਕਰ ਸਕਦੇ, ਕਿਉਂਕਿ ਤੁਹਾਡੀ ਮਨਸ਼ਾ ਹੀ ਨਹੀਂ, ਉਹ ਤੁਹਾਡੀ ਤੇ ਮਨ ਵਿੱਚ ਚੀਜ਼ ਹੋ ਰਿਹਾ। ਇਸ ਲਈ ਜਿਹੜੇ ਇਹ ਦੋਵੇਂ ਤੁਸੀਂ ਮੁੱਦੇ ਰੱਖੇ ਆ, ਮੈਂ ਉੱਥੇ ਆ ਰਿਹਾ, ਦੋਵੇਂ ਮੁੱਦੇ ਰੱਖੇ ਆ, ਮੈਨੂੰ ਭੁੱਲਦਾ ਨਹੀਂ। ਹੁਣ ਲਾ ਲਓ ਬਿਜਲੀ ਦਾ, ਪੰਜਾਬ ਦੀ ਬਿਜਲੀ ਜੀ ਪਹਿਲੀ ਗਰੰਟੀ ਇਹ ਦਿੱਤੀ ਪੰਜਾਬ ਦੀ ਬਿਜਲੀ ਦੀ, 300 ਯੂਨਿਟ ਮਹੀਨੇ ਲਈ ਤੇ 600 ਯੂਨਿਟ 2 ਮਹੀਨਿਆਂ ਲਈ ਅਸੀਂ ਤੁਹਾਨੂੰ ਫ੍ਰੀ ਦੇਵਾਂਗੇ। ਹੋਇਆ ਕੀ ਆ ਹੁਣ? PSPCL ਜਿਹੜੀ ਹੈ ਸਾਡੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਜਿਨ੍ਹਾਂ ਨੇ ਸਾਰਾ ਹਿਸਾਬ ਕਿਤਾਬ ਬਿਜਲੀ ਦਾ ਵਿਤਰਨ ਦਾ ਕਰਨਾ, ਹਾਲਤ ਇਹ ਬਣ ਗਈ ਆ ਕਿ 9000 ਕਰੋੜ ਉਹਨਾਂ ਤੇ ਕਰਜ਼ਾ। ਕਿਹਦਾ? ਸਰਕਾਰ ਦਾ। ਤੇ ਸਰਕਾਰ ਨੇ 9000 ਚੋਂ ਦਿੱਤਾ ਕਿੰਨਾ? 200 ਕਰੋੜ। ਊਠ ਤੋਂ ਛਾਲਣੀ ਲਾਤੀ ਹੈ ਨਾ। ਇਹ ਤੇ ਊਠ ਦੇ ਮੂੰਹ 'ਚ ਕਹਿੰਦੇ ਜੀਰਾ ਆ, ਉੱਥੇ ਊਠ ਦੇ ਢਿੱਡ ਕਿਵੇਂ ਭਰਨਾ? ਉਹਦੇ PSPCL ਦਾ ਕਿਵੇਂ ਜਿਹੜਾ ਕੰਮ ਸਿਰੇ ਲੱਗਣਾ ਆ? ਉਹਨਾਂ ਨੇ ਹਾਰ ਕੇ ਪਹਿਲੀ ਵਾਰੀ 1000 ਕਰੋੜ ਰੁਪਇਆ ਕਰਜ਼ਾ ਲੈਣਾ, ਪਹਿਲੀ ਵਾਰੀ ਇਹਨਾਂ ਦੀ ਟਨਿਓਰ ਦੇ ਵਿੱਚ ਕਦੀ ਨਹੀਂ ਲਿਆ। ਕਾਰਨ? ਪਹਿਲੀ ਵਾਰੀ। ਹਾਂ, ਕਿਉਂ ਲੈਣਾ ਇਹ ਵੀ ਸੁਣ ਲਓ। ਕਿਉਂਕਿ ਸੈਂਟਰ ਨੇ ਢਿਬਰੀ ਟਾਈਟ ਕੀਤੀ ਵੀ ਤੁਹਾਨੂੰ ਅਸੀਂ ਬਿਜਲੀ, ਜੇ ਤੁਸੀਂ ਪੁਰਾਣੇ ਹਿਸਾਬ ਕਿਤਾਬ ਜਿੰਨੇ ਸਾਡੇ ਕੋਲ ਜ਼ਮੀਨ ਖਰੀਦੀ ਹੋਈ ਆ ਬਿਜਲੀ, ਉਹਦੇ ਪੈਸੇ ਨਹੀਂ ਦੋਗੇ ਤਾਂ ਗਾਂ ਬਿਜਲੀ ਨਹੀਂ ਦੇਵਾਂਗੇ। ਤੇ ਹਾਲਤ ਬਿਜਲੀ ਦੀ ਡਿਮਾਂਡ ਦੀ ਇਹੋ ਜਿਹੀ, ਕਿਉਂਕਿ ਮੁਫਤਖੋਰੀ ਭਾਈ ਨਾ, ਹਰ ਕੋਈ ਕਹਿੰਦਾ ਯਾਰ ਚੱਕੋ ਕੰਮ ਨੂੰ, ਚੱਕੋ, 4 ਪੱਖੇ ਹੋਰ ਲਾ ਲਓ, 4 ਮੋਟਰਾਂ ਹੋਰ ਲਾ ਲਓ, ਕਿਹੜਾ ਪੈਸਾ ਦੇਣਾ ਕਿਸੇ ਨੇ ਕੋਈ? ਉਹਦੇ ਚੋਂ ਨਿਕਲਿਆ ਕੀ ਹੈ? ਬਾਕੀ ਤੇ ਜਿਹੜੇ ਵਿਗਾੜ ਪਏ ਹੀ ਹੋਣਗੇ। ਇਸ ਵੇਲੇ ਅਗਸਤ ਦੇ ਮਹੀਨੇ ਵੀ 14000 ਮੈਗਾਵਾਟ ਤੋਂ ਵੱਧ ਦੀ ਬਿਜਲੀ ਲੱਗ ਗਈ ਇੱਕ ਦਿਨ 'ਚ। ਆ ਹੁਣ ਦਾ ਕੱਲ ਪਰਸੋਂ ਦਾ ਰਿਕਾਰਡ ਸੀ, ਕਹਿੰਦੇ ਕਦੀ ਇਹ ਵੀ ਰਿਕਾਰਡ ਆ, ਇਹ ਵੀ ਕਦੀ ਨਹੀਂ ਹੋਇਆ।
ਤੇ ਤੁਸੀਂ ਇੱਕ ਪਾਸੇ ਤੇ ਲੋਕਾਂ ਨੂੰ ਬਣਾਤਾ ਮੁਫਤਖੋਰੇ, ਤੇ ਜਿਹੜੀ ਕਾਰਪੋਰੇਸ਼ਨ ਹੈ ਉਹ ਦਿੱਤੀ ਡੋਬ। ਹੁਣ ਉਹਦੇ ਚੋਂ ਕੱਢੋਗੇ ਕਿਵੇਂ? 200 ਕਰੋੜ ਦੇਤਾ, ਪਿਆ ਲੈ ਲਓ, 9000 ਕਰੋੜ ਦਾ ਕਰਜ਼ਾ। ਉਹ ਫਿਰ ਬਿਲਡਿੰਗਾਂ ਨਹੀਂ ਵੇਚਣਗੇ, ਕੀ ਕਰਨਗੇ? ਜਾਂ ਫਿਰ ਬੰਦ ਕਰਕੇ ਭੱਜ ਜਾਣਗੇ ਸਾਰਾ ਕੁਝ। ਕਿੱਦਾਂ ਹੋਊਗਾ? ਦੂਜੇ ਪਾਸੇ ਲਾ ਲਓ, ਬੀਬੀਆਂ ਨੂੰ ਦੇਤਾ, ਚੰਨੀ ਨੇ ਵੀ ਦਿੱਤਾ ਸੀਗਾ, ਇਹਨਾਂ ਨੇ ਕੰਟੀਨਿਊ ਰੱਖਿਆ। ਇੱਕ ਵਾਰੀ ਨਾ ਕਰਨ ਲੱਗੇ ਸੀ, ਬੀਬੀਆਂ ਨੂੰ ਕਿਹਾ ਮੁਫਤ ਝੂਟੇ ਲਓ ਸਰਕਾਰੀ ਬੱਸਾਂ 'ਚ। ਡਰਾਈਵਰ ਕਹਿੰਦੇ ਸਾਡੀਆਂ ਹੀ ਬੀਬੀਆਂ, ਉਹ ਕਿਹੜੇ ਕਿਤੇ ਬਹੁਤ ਅਮੀਰ ਆ। ਕੰਡਕਟਰ ਵੀ ਕਹਿੰਦੇ ਦਿਓ ਜੀ, ਬੜੀ ਚੰਗੀ ਗੱਲ ਆ। ਇਸ ਵੇਲੇ ਪੰਜਾਬ ਰੋਡਵੇਜ਼ ਦਾ 175 ਕਰੋੜ ਦਾ ਕਰਜ਼ਾ ਖਲੋ ਗਿਆ। ਉਹਨਾਂ ਨੂੰ ਰੋਜ਼ ਦਾ 1.25 ਕਰੋੜ ਦੀ ਆਮਦਨ ਹੈਗੀ ਹੈ, ਇਹ ਨਹੀਂ ਵੀ ਉਹਨਾਂ ਦੀ ਆਮਦਨ ਨਹੀਂ ਹੈਗੀ। ਪਰ ਜੇ ਤੁਸੀਂ ਆਹ ਹੀ ਕੰਮ ਕਰੀ ਜਾਓਗੇ, ਜਿਹੜਾ ਸਰਕਾਰ ਦਾ ਬਣਦਾ ਹਿੱਸਾ ਹੈ ਉਹਨਾਂ ਨੂੰ ਦਓਗੇ ਨਹੀਂ, ਦਿੱਤਾ ਹੀ ਨਹੀਂ। ਤੇ ਜੇ ਸਰਕਾਰ ਦਾ ਜਿਹੜਾ ਬੀਬੀਆਂ ਮੁਫਤ ਦੀਆਂ ਜਾਂਦੀਆਂ, ਉਹ ਮੁਫਤ ਥੋੜੀ ਜਾਂਦੀਆਂ, ਸਰਕਾਰ ਨੇ ਉਹ ਪੈਸੇ ਦੇਣੇ ਆ ਪੰਜਾਬ ਰੋਡਵੇਜ਼ ਨੂੰ, ਉਹ ਦਿੰਦੇ ਨਹੀਂ। ਹਾਲਤ ਇਹ ਬਣ ਗਈ ਆ ਕਿ ਨਾ ਤੇ ਐਮਪਲਾਈ ਲਈ ਤਨਖਾਹ, ਤੇ ਨਾ ਉਹਨਾਂ ਦੇ ਜਿਹੜੇ ਰਿਟਾਇਰਡ ਬੰਦੇ ਉਹਨਾਂ ਲਈ ਪੈਨਸ਼ਨ। ਉਹ ਕਹਿੰਦੇ ਆ ਵੀ ਅਸੀਂ ਲੱਗੇ ਆ ਫਿਰ ਚੱਕਾ ਜਾਮ ਕਰਨ, ਸਾਨੂੰ ਜਾਂ ਤੇ ਪੈਸੇ ਦਿਓ, ਅਸੀਂ ਚੱਕਾ ਜਾਮ ਕਰਾਂਗੇ। ਮੈਂ ਤੁਹਾਨੂੰ ਦੋ ਹੀ ਗੱਲਾਂ ਤੋਂ ਇਹ ਅੰਦਾਜ਼ਾ ਲਾ ਲਓ ਕਿ ਬਾਕੀ ਮਹਿਕਮਿਆਂ ਦਾ ਵੀ ਇਹੀ ਹਾਲ ਹੈਗਾ। ਪੈਸਾ ਇਕੱਠਾ ਨਹੀਂ ਹੋ ਰਿਹਾ, ਕਰਜ਼ਾ ਚੜੀ ਜਾ ਰਿਹਾ, ਆਰਥਿਕ ਤੌਰ ਤੇ ਪੰਜਾਬ ਦਾ ਪੱਠਾ ਬੈਠੀ ਜਾਂਦਾ, ਲੁੱਟ ਵਾਲੇ ਲੁੱਟ ਕਰੀ ਜਾਂਦੇ ਆ, ਨਸ਼ੇ ਵਾਲੇ ਨਸ਼ੇ ਵੇਚੀ ਜਾਂਦੇ ਆ, ਧੜੱਲੇ ਨਾ ਵੇਚੀ ਜਾਂਦੇ ਆ। ਅੱਜ ਦੀ ਖਬਰ ਆ, ਉਹ ਕਸ਼ਮੀਰ ਸਿੰਘ ਸੋਹਲ ਤਰਨਤਾਰਨ ਵਾਲਾ ਐਮਐਲਏ, ਇਹਨਾਂ ਦਾ ਇੰਨਾ ਸ਼ਰੀਫ ਬੰਦਾ, ਬੀਬਾ ਬਹੁਤ ਬੀਬਾ, ਮੈਨੂੰ ਬਹੁਤ ਚੰਗਾ ਲੱਗਾ, ਇਮਾਨਦਾਰ ਪੱਕਾ। ਉਹ ਅਸਲ 'ਚ ਪੋਲਿਟਿਕਸ ਦੇ ਫਿੱਟ ਹੀ ਨਹੀਂ, ਕਿਉਂਕਿ ਪੋਲਿਟਿਕਸ ਦੇ ਵਿੱਚ ਜੇ ਤੁਸੀਂ 90% ਝੂਠ ਨਾ ਬੋਲੋ, 10% ਸੱਚ ਬੋਲ ਦੋ, ਕੋਈ ਗੱਲ ਨਹੀਂ ਗਲਤੀ ਨਾਲ, 90% ਝੂਠ ਨਾ ਬੋਲੋ ਤਾਂ ਫਿਰ ਤੇ ਕਾਹਨੂੰ। ਉਹ 95% ਸੱਚ ਬੋਲਦਾ ਕਸ਼ਮੀਰ ਸਿੰਘ ਸੋਹਲ, ਵੀ ਉਹ ਕਿੱਥੋਂ ਕਾਮਯਾਬ ਹੋ ਜੂ। ਉਸ ਦਾ ਮੈਂ ਤੁਹਾਨੂੰ ਇਹ ਦੱਸਦਾ ਵੀ ਉਹ ਜਿਹੜਾ ਬੰਦੇ ਨੇ 200 ਰੁਪਏ ਵਾਲੀ ਪੂੜੀ ਫੜ ਕੇ ਕੀਤੀ ਸੀ, ਦਿਖਾਈ ਉਹਨੂੰ, ਤੇ ਮੀਡੀਆ ਨੇ ਪੁੱਛਿਆ ਵੀ ਤੁਸੀਂ ਕਰਦੇ ਕੀ? ਤੁਸੀਂ ਐਮਐਲਏ ਹੈਗੇ ਆ, ਤੁਹਾਨੂੰ ਲੋਕ ਕਹਿੰਦੇ ਕਿ ਸ਼ਰੇਆਮ ਜਿਹੜਾ ਚਿੱਟਾ ਤੁਹਾਡੇ ਏਰੀਆ 'ਚ ਵੇਖ ਰਿਹਾ, ਕਹਿੰਦਾ ਕੀ ਕਰੀਏ ਜੀ, ਪੁਲਿਸ ਦੀ ਮਦਦ ਦੇ ਨਾਲ ਵਿਕਦਾ। ਤੇ ਕਹਿੰਦਾ ਫਿਰ ਇਹ ਤੁਹਾਡੀ ਸਰਕਾਰ ਆ। ਕਹਿੰਦਾ ਜੀ ਮੈਂ ਤੇ ਐਸਐਸਪੀ ਨੂੰ ਕਿਹਾ ਕਿ ਤੁਸੀਂ ਇਹ ਜੀ ਇਹਨੂੰ ਬੰਦ ਕਰੋ। ਉਹ ਕਹਿੰਦਾ ਜੀ ਮੈਂ ਕੀ ਕਰਾਂ, ਹੁੰਦਾ ਨਹੀਂ ਆ, ਦੇਖਦੇ ਆ ਜੀ ਇੱਧਰ ਆ ਜੀ ਉੱਧਰ ਆ, ਕਿਉਂਕਿ ਮੋਟਾ ਪੈਸਾ ਉਹਦੇ 'ਚ ਮਿਲਦਾ ਸਾਰਿਆਂ ਨੂੰ। ਉਹ ਕਹਿੰਦੇ ਜੀ ਫਿਰ ਜੇ ਇਹੀ ਗੱਲ ਹੈ, ਜੇ ਤੁਹਾਡੇ ਹੱਥ ਖੜੇ ਤੇ ਫਿਰ ਉਹ ਰੁਕੂ ਕਿਵੇਂ ਪੁਲਿਸ? ਤੁਸੀਂ ਉਹਨੂੰ ਬਦਲ ਦਿਓ, ਪੁਲਿਸ ਨੂੰ ਕਿਤੇ ਹੋਰ ਭੇਜ ਦਿਓ। ਕਹਿੰਦੇ ਜੀ ਹੁਣ ਦੇਖਦੇ ਆ, ਕਰਦੇ ਆ, ਮੈਂ ਕਰਦਾ ਕੁਛ ਨਾ ਕੁਛ ਇਹਦਾ ਹੱਲ ਕਰਦੇ। ਜਾਨੀ ਕਿੰਨੇ ਸਾਫ਼ ਸੁਥਰੇ, ਇਮਾਨਦਾਰ, ਭੋਲੇ ਭਾਲੇ ਜੇ ਜਵਾਬ ਹੈਗੇ ਆ, ਠੀਕ ਹੈ, ਪਰ ਪੋਲੀਟੀਸ਼ੀਅਨ ਵਾਲੇ ਜਵਾਬ ਨਹੀਂ ਹੈਗੇ। ਇਹ ਹਾਲਤ ਧਰਾਤਲ ਦੀ ਹੈਗੀ ਹੈ। ਕੀ ਆਪਣੇ ਐਮਐਲਏ ਦੇ ਇਹ ਜਵਾਬ ਭਗਵੰਤ ਮਾਨ ਜੀ ਸੁਣ ਰਹੇ ਆ ਕਿ ਨਹੀਂ ਸੁਣ ਰਹੇ? ਜੇ ਨਹੀਂ ਸੁਣ ਰਹੇ ਤਾਂ ਉਹਨਾਂ ਨੂੰ ਮੇਰਾ ਖਿਆਲ ਉਹ ਵੀਡੀਓ ਭੇਜ ਦੇਣੀ ਚਾਹੀਦੀ ਆ ਕਸ਼ਮੀਰ ਸਿੰਘ ਸੋਹਲ ਨੂੰ, ਐਮਐਲਏ ਨੂੰ, ਕਿ ਭਈ ਦੇਖੋ ਆਹ ਹਾਲਾਤ ਆ ਧਰਾਤਲ ਦੇ ਉੱਤੇ। ਇਹ ਜੇ ਇੰਜ ਹੋਈ ਜਾਊਗਾ ਤੇ ਜੋ ਕਹਿ ਕੇ ਆਏ ਆ, ਪੁਰਾਣੇ ਵੀ 5 ਸਾਲ ਖਾ ਗਏ, ਉਦੋਂ ਪਹਿਲਾਂ 10 ਸਾਲ ਖਾ ਗਏ, ਤੇ ਕੰਮ ਅਜੇ ਵੀ ਉਸੇ ਤਰੀਕੇ ਨਾਲ ਹੀ ਧੜੱਲੇ ਨਾਲ ਪੰਜਾਬ ਦੀ ਤਬਾਹੀ ਦਾ ਚੱਲ ਰਿਹਾ, ਉਹ ਰੁਕੀ ਨਹੀਂ। ਜੇ ਇਹਨਾਂ ਦੇ ਕੋਲ ਇੱਕ ਕੋਈ ਨਵਾਂ ਜਾਦੂ ਮੰਤਰ ਆਇਆ ਕਿ ਕਰਪਸ਼ਨ ਫ੍ਰੀ ਕਰਕੇ ਫਿਰ ਅਸੀਂ ਭੰਡਾਰੇ ਭਰ ਲੈਣੇ ਆ, ਭਾਈ ਲੱਗੇ ਰਹੋ, ਅਸੀਂ ਤੁਹਾਡੇ ਨਾਲ ਆ। ਹਾਂਜੀ ਜੀ, ਪਹਿਲਾਂ ਪ੍ਰੋਫੈਸਰ ਪੰਚਾਇਤੀ ਜ਼ਮੀਨ ਦਾ ਰੌਲਾ ਪਿਆ ਸੀ ਤੇ ਉਹ ਮਾਣਯੋਗ ਹਾਈ ਕੋਰਟ ਦੇ ਵਿੱਚ ਪਹੁੰਚ ਗਏ, ਉਤੋਂ ਸਟੇ ਵਗੈਰਾ ਮਿਲ ਗਈ, ਥੋੜਾ ਜਿਹਾ ਠੰਡੇ ਜੇ ਪੈ ਗਈ ਫਿਰ ਸਰਕਾਰ ਵੀ। ਤੇ ਹੁਣ ਮੈਡੀਕਲ ਕਾਲਜ ਜਿਹੜਾ ਇਹਨਾਂ ਨੇ ਬਣਾਉਣਾ ਸੀ ਸੰਗਰੂਰ ਦੇ ਲਾਗੇ, ਉਹਨੂੰ ਲੈ ਕੇ ਰੌਲਾ ਪੈ ਗਿਆ। ਪਹਿਲਾਂ ਤਾਂ ਜਿੱਦਣ ਉਦਘਾਟਨ ਕੀਤਾ ਮੁੱਖ ਮੰਤਰੀ ਸਾਹਿਬ ਨੇ, ਉਦੋਂ ਹੀ ਰੌਲਾ ਪੈ ਗਿਆ ਸੀ, ਕਹਿੰਦੇ ਇਹ ਤਾਂ ਕਿਸੇ ਹੋਰ ਜ਼ਮੀਨ 'ਚ ਨੀਂਹ ਪੱਥਰ ਰੱਖ ਆਏ। ਉਦੋਂ ਇਹ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਦੇਖੋ ਜੀ ਇੰਨੀਆਂ ਇੱਟਾਂ ਨੇ ਪੰਜਾਬ ਦੇ ਵਿੱਚ ਉਦਘਾਟਨ ਵਾਲੀਆਂ ਜਿੱਥੇ ਜਿੱਥੇ ਪਿਛਲਿਆਂ ਨੇ ਰੱਖੇ ਨੇ, ਤੇ ਉਹਨਾਂ ਦੇ ਨਾਲ ਭਾਵੇਂ ਇੱਕ ਹਸਪਤਾਲ ਖੜਾ ਕਰ ਲਓ। ਚਲੋ ਸ਼ਗੂਫਾ ਜਿਹਾ ਛੱਡਤਾ, ਇੱਕ ਟੋਟਕਾ ਜਿਹਾ ਬਣਾ ਕੇ। ਪਰ ਗੱਲ ਇਹ ਆ ਕਿ ਹੁਣ ਇਹਦਾ ਕੀ ਬਣੂਗਾ? ਮਾਣਯੋਗ ਹਾਈ ਕੋਰਟ ਨੇ ਇਹ ਤੇ ਵੀ ਸਟੇ ਦੇ ਦਿੱਤੀ। ਸੁਖਵਿੰਦਰ, ਇਹ ਨਾ ਅਕਲ ਨਾਲ ਕੰਮ ਨਹੀਂ ਲੈਂਦੇ। ਜਿਸ ਤਰੀਕੇ ਨਾਲ ਇੱਕ ਸਿਸਟਮ 'ਚ ਕੰਮ ਕਰੀਦਾ ਸਰਕਾਰਾਂ 'ਚ, ਇਹਨਾਂ ਨੂੰ ਪਤਾ ਹੀ ਨਹੀਂ ਅਜੇ। ਉਹ ਕੇਜਰੀਵਾਲ ਨੇ ਖੁਦ ਨਹੀਂ ਕੋਈ ਕੰਮ ਕੀਤਾ, ਉਹ ਤੇ ਟਪੂਸਣੀਆਂ ਮਾਰਦਾ, ਉਹਨੇ ਕੋਈ ਮਹਿਕਮਾ ਨਹੀਂ ਲਿਆ। ਜੇ ਉਹਨੂੰ ਕੋਈ ਤਜਰਬਾ ਹੋਵੇ, ਜਾਂ ਇਸ ਤਰ੍ਹਾਂ ਕਰਨ, ਸਿਸੋਦੀਆ ਕੋਲੋਂ ਤਜਰਬਾ ਲੈ ਲੈਣ। ਸਿਸੋਦੀਆ ਨੇ ਬਹੁਤ ਕੰਮ ਕੀਤਾ। 1000 ਬੱਸ ਦਾ ਰੌਲਾ ਪੈ ਗਿਆ ਜਿਹੜੀ ਖਰੀਦੀ ਸੀਗੀ, ਉਹ ਸ਼ਰਾਬ ਦੇ ਠੇਕਿਆਂ ਦਾ ਰੌਲਾ ਪੈ ਗਿਆ, ਉਹ ਤੇ ਵਾਪਸ ਲੈ ਲਈ ਪਾਲਿਸੀ। ਹੋਰ ਵੀ ਕਈ ਰੌਲੇ ਸੁਣ ਰਿਹਾ ਮੈਂ, ਉਹ ਹੌਲੀ ਹੌਲੀ ਬਾਹਰ ਆ ਜਾਣਗੇ ਜੇ ਹੋਏ ਤਾਂ, ਅਜੇ ਤੱਕ ਤੇ ਰੌਲੇ ਹੀ ਆ। ਉਹਦੇ ਕੋਲੇ ਟ੍ਰੇਨਿੰਗ ਲੈ ਲੈਣ ਵੀ ਕਿਵੇਂ ਤੁਸੀਂ ਸਰਕਾਰ ਚਲਾਈ ਦੀ। ਸਰਕਾਰ ਚਲਾਉਣ ਦਾ ਤੇ ਬਥੇਰੇ ਚੁਸਤ, 8 ਸਾਲ ਹੋ ਗਏ ਉਹਨਾਂ ਨੂੰ ਚਲਾਉਂਦਿਆਂ।
ਨਹੀਂ ਤੇ ਆਪਣੇ ਆਪ ਇਹਨਾਂ ਨੂੰ ਇੰਨੀ ਕੁ ਅਕਲ ਹੋਣੀ ਚਾਹੀਦੀ ਵੀ ਫੈਸਲੇ ਕਿਵੇਂ ਲਏ ਜਾਂਦੇ। ਕੋਈ ਵੀ ਪ੍ਰੋਜੈਕਟ ਆ ਪਹਿਲਾਂ ਉਹਦਾ ਐਸਟੀਮੇਟ ਹੁੰਦਾ, ਫਿਰ ਉਹ ਜਾ ਕੇ ਬਿਊਰੋਕ੍ਰੇਸੀ ਉਹਨੂੰ ਪਾਸ ਕਰਦੀ ਆ, ਪ੍ਰੋਪਰ ਉਹਦਾ ਲਾਭ ਹਾਨ ਫਿਊਚਰ ਜ਼ਮੀਨ ਦੀ ਕਲੀਅਰੈਂਸ ਸਾਰਾ ਕੁਝ ਕਰਕੇ ਫਿਰ ਜਾ ਕੇ ਉਹਦਾ ਫਾਊਂਡੇਸ਼ਨ ਸਟੋਨ ਰੱਖਿਆ ਜਾਂਦਾ। ਇਹ ਤੇ ਕਹਿੰਦੇ ਆ ਵੀ ਪਹਿਲਾਂ ਫਾਊਂਡੇਸ਼ਨ ਸਟੋਨ ਫੜਾਓ, ਬਾਕੀ ਬਾਅਦ ਚ ਵੇਖੀ ਜਾਓ। ਤੇ ਇਹ ਜਿਸ ਤਰ੍ਹਾਂ ਨਿਆਣਾ ਮੇਲੇ 'ਚ ਜਾ ਕੇ ਪਾਪਾ ਮੈਨੂੰ ਆਹ ਲੈ ਦੇ, ਉਹ ਚਪੇੜ ਜੀ ਮਾਰਦਾ, ਕਹਿੰਦਾ ਨਹੀਂ ਫਿਰ ਆਹ ਲੈ ਦੇ, ਫਿਰ ਕਹਿੰਦਾ ਜਲੇਬੀ ਤੇ ਘੱਟੋ ਘੱਟ ਲੈ ਹੀ ਦੇ ਜੇ ਕੋਈ ਖਿਡੌਣਾ ਨਹੀਂ ਲੈਣਾ। ਉਸ ਕਿਸਮ ਦੇ ਕੰਮ ਜਿਹੜੇ ਆ ਨਾ, ਇਹਨਾਂ ਦੇ ਤੁਰੇ ਜਾਂਦਿਆਂ ਕੰਮ ਲੋਕੀ ਕਹਿ ਦਿੰਦੇ ਆ ਭਈ ਸਾਡੇ ਜੀ ਹਸਪਤਾਲ ਚਾਹੀਦਾ। ਲੈ ਫਿਰ ਮੈਂ ਆਇਆ ਅਗਲੇ ਸਾਲ, ਮੈਂ ਉਹਨਾਂ ਨੂੰ ਕਹਿੰਦਾ ਬੰਦਿਆਂ ਨੂੰ 4 ਸਟੋਨ ਜਿਹੜਾ ਇੱਕ ਵੱਡਾ ਸਾਰਾ ਉੱਤੇ ਭਗਵੰਤ ਮਾਨ ਲਿਖ ਕੇ ਖਰਾ ਦੇਣ, ਤੇ ਉਹ ਮੈਂ ਉੱਥੇ ਲੈ ਕੇ ਆਇਆ, ਆਪਣੀ ਗੱਡੀ 'ਚ ਆਪ ਹੀ ਸਟੋਨ ਰੱਖ ਲੂੰਗਾ ਤੇ ਉੱਥੇ ਲਾਇਆ। ਮਿਸਤਰੀ ਤੁਸੀਂ ਲੈ ਆਇਓ, ਆਪਾਂ ਖੜਾ ਕਰ ਦੇਣਾ। ਕੋਈ ਉਹਦਾ ਅੰਦਾਜ਼ਾ ਨਹੀਂ ਕੀ ਚਾਹੀਦਾ, ਕੀ ਐਸਟੀਮੇਟ ਆ, ਕਿੰਨੇ ਡਾਕਟਰ ਚਾਹੀਦੇ, ਇਹਦਾ ਇਲਾਕੇ 'ਚ ਕੀ ਅਸਰ ਹੋਊਗਾ, ਉਹ ਕੀ ਇਹ ਥੋੜਾ ਜਿਹਾ ਸਿੱਖਣ ਵਾਲੀਆਂ ਗੱਲਾਂ। ਤਾਂ ਹੀ ਇਹਨਾਂ ਨੂੰ ਬਾਰ-ਬਾਰ ਆਪਣੇ ਫੈਸਲੇ ਜਿਹੜੇ ਆ, ਜਿਹਨੂੰ ਯੂ ਟਰਨ ਕਹਿੰਦੇ, ਜਾਂ ਇਹਨਾਂ ਦੀ ਕੱਚੀ ਹੁੰਦੀ ਆ, ਜਾਂ ਇੰਜ ਕਹਿ ਲਓ, ਮੈਂ ਬੇਇੱਜ਼ਤੀ ਨਹੀਂ ਕਹਿੰਦਾ, ਕੱਚੀ ਹੁੰਦੀ ਆ ਵੀ ਜਾਣੀ ਗੱਲ ਪੱਕੀ ਨਹੀਂ ਹੁੰਦੀ ਵੀ ਇਹ ਸਿਰੇ ਲੱਗ ਜੂਗੀ। ਲੋਕਾਂ ਦਾ ਹੌਲੀ-ਹੌਲੀ ਜੇ ਇੰਜ ਕਰਦੇ ਰਹਿਣਗੇ ਮਜ਼ਾਕ ਜਿਹਾ ਬਣ ਜਿਆ ਕਰੂਗਾ ਵੀ ਆ ਗਏ ਇਹਨਾਂ ਮਿਨਿਸਟਰਾਂ ਦੇ ਫੈਸਲਿਆਂ ਦਾ ਕੀ, ਅੱਜ ਹੋ ਗਿਆ ਕੱਲ ਟਹਿ ਗਿਆ, ਫਿਰ ਪਰਸੋਂ ਨਵਾਂ ਆ ਗਿਆ। ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ। ਸਰਕਾਰਾਂ ਦਾ ਫੈਸਲਾ ਹੀ ਹੁੰਦਾ। ਉਹ ਗੱਲ ਲੱਗ ਗਿਆ ਕਿ ਜਦੋਂ ਲੋਕ ਵੱਡੇ ਪੱਧਰ ਤੇ ਜਿਵੇਂ ਕਿਸਾਨ ਉੱਠ ਗਏ ਸੀ, ਉਹਨਾਂ ਦੇ ਮੋਦੀ ਦੇ ਫੈਸਲੇ ਉਹਨਾਂ ਨੇ ਵੀ ਪਲਟ ਕੇ ਰੱਖਤਾ। ਉਹ ਇੱਕ ਰੇਅਰ ਸਿਚੁਏਸ਼ਨ ਹੈ। ਨਾਰਮਲੀ ਜਿਸ ਤਰ੍ਹਾਂ ਹੁਣ ਚੱਲ ਰਿਹਾ, ਇੰਨੇ ਯੂ ਟਰਨ ਵੱਜਣੇ ਨਹੀਂ ਚਾਹੀਦੇ। ਹਾਂਜੀ ਬਿਲਕੁਲ, ਬਦਲਾਅ ਦੀ ਉਮੀਦ ਪ੍ਰੋਫੈਸਰ ਲੋਕ ਬੜੀ ਕਰਦੇ ਸੀ ਤੇ ਕਰਨੀ ਵੀ ਚਾਹੀਦੀ ਹੈ, ਕਿਉਂਕਿ 75 ਸਾਲਾਂ ਬਾਅਦ ਕਹਿ ਲਓ ਕਿ ਨਵੀਂ ਸਰਕਾਰ ਜਦੋਂ ਪੰਜਾਬ 'ਚ ਬਣਦੀ ਹੈ। ਮੈਂ ਧਿਆਨ ਦਿਵਾਉਣਾ ਚਾਹੁੰਦਾ ਕਿ ਇੱਕ ਪਾਸੇ ਤਾਂ ਕਾਂਸਟੇਬਲ ਭਰਤੀ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਆਪਣੇ ਨਿਯੁਕਤੀ ਪੱਤਰ ਵੰਡੇ ਨੇ, ਵਿਚਾਰੇ ਡਾਂਗਾ ਡੂੰਗਾ ਖਾ ਕੇ ਉਹਨਾਂ ਨੇ ਚੰਗੇ ਧਰਨੇ ਪ੍ਰਦਰਸ਼ਨ ਕੀਤੇ, ਫਿਰ ਕਿਤੇ ਜਾ ਕੇ ਸਰਕਾਰ ਨੇ ਕਿਹਾ, ਕ੍ਰੈਡਿਟ ਪੂਰਾ ਲੈ ਲਿਆ ਕਿ ਅਸੀਂ ਇਹਨਾਂ ਨੂੰ ਨਿਯੁਕਤੀ ਪੱਤਰ ਵੰਡ ਰਹੇ ਹਾਂ, ਹਾਲਾਂਕਿ ਭਰਤੀ ਉਹ ਪੁਰਾਣੀ ਸੀ। ਚਲੋ ਹੁਣ ਗੱਲ ਹੈ ਕਿ ਜਿਹੜੇ ਓਲੰਪੀਅਨ ਖਿਡਾਰੀ ਨੇ, ਹਾਕੀ ਓਲੰਪਿਕ ਦੇ ਵਿੱਚ ਭਾਰਤ ਤਗਮਾ ਜਿੱਤ ਕੇ ਆਇਆ, ਪੰਜਾਬ ਦੇ ਵੱਡੀ ਗਿਣਤੀ ਚ ਖਿਡਾਰੀ ਸੀ, ਉਹਨਾਂ ਨੂੰ ਚੰਨੀ ਸਾਹਿਬ ਨੇ ਕਿਹਾ ਸੀ ਕਿ ਨੌਕਰੀ ਜਿਹੜੇ ਮਹਿਕਮੇ 'ਚ ਜਿਹੜੀ ਪੋਸਟ ਮਤਲਬ ਕਿ ਜਿਵੇਂ ਦੀ ਕਹੋਗੇ ਪੁਲਿਸ ਦੇ ਵਿੱਚ, ਤੁਹਾਨੂੰ ਜਿੱਥੇ ਕਹੋ ਉੱਥੇ ਫਿੱਟ ਕਰ ਦਿੰਦੇ ਆ, ਜਿਹੜੇ ਮਹਿਕਮੇ 'ਚ ਉਸ ਹਿਸਾਬ ਨਾਲ ਤੁਹਾਡੀ ਪੜ੍ਹਾਈ ਦੇ ਹਿਸਾਬ। ਪਰ ਹੁਣ ਉਹਨਾਂ ਵਿਚਾਰਿਆਂ ਨੂੰ ਵੀ ਆ ਕੇ ਸੜਕਾਂ ਤੇ ਆਪਣਾ ਮਤਲਬ ਕਿ ਉਹ ਪ੍ਰੈਸ ਕਾਨਫਰੰਸ ਕਰ ਰਹੇ ਨੇ ਕਿ ਸਾਡੇ ਨਾਲ ਤਾਂ ਲਾਟ ਠੱਗੀ ਵੱਜ ਗਈ। ਤੇ ਇਹ ਕੀ ਕਰ ਰਹੇ ਨੇ? ਇਹ ਬਦਲਾਅ ਲਈ ਲੈ ਕੇ ਆਏ ਸੀ, ਇਹ ਦਿੰਦੇ ਕਿਉਂ ਨਹੀਂ ਨੌਕਰੀਆਂ? ਕਿੱਦਾਂ ਖਿਡਾਰੀ ਪੈਦਾ ਹੋਣਗੇ ਪੰਜਾਬ 'ਚ? ਕੀ ਕਰੀਏ ਹੁਣ, ਸ਼ਿਕਾਇਤਾਂ ਤੇ ਬਹੁਤ ਜ਼ਿਆਦੀਆਂ ਹੈਗੀਆਂ। ਮੈਨੂੰ ਲੱਗਦਾ ਕਿ ਇਹਨਾਂ ਦੇ ਮਨ 'ਚ ਪੰਜਾਬ, ਪੰਜਾਬੀਅਤ, ਪੰਜਾਬ ਦੇ ਲੋਕ, ਪੰਜਾਬ ਦੀ ਅਰਥ ਵਿਵਸਥਾ, ਉਹ ਪ੍ਰਾਇਓਰਟੀ ਕਿਤੇ ਵੀ ਮਨ ਵਿੱਚ ਹੈ ਨਹੀਂ, ਨਾ ਉਹਦੇ ਲਈ ਪਲੈਨਿੰਗ ਆ। ਤੁਸੀਂ ਖੇਤੀ ਨੀਤੀ ਬਾਰੇ ਕੋਈ ਇਹਨਾਂ ਕੋਲ ਸੁਣਿਆ, ਕੋਈ ਬਿਆਨ ਕਦੀ ਸੁਣਿਆ? ਨਹੀਂ, ਇਹ ਕਦੀ ਕਹਿੰਦੇ ਕੋਈ ਸੀ, ਕਹਿੰਦੇ ਖੇਤੀ ਨੀਤੀ ਲੈ ਕੇ ਲਾਹੇਵੰਦ ਆਉਣੀ ਬਣਾਵਾਂਗੇ। ਆਈ ਜਾਊ। ਇਹ ਸਿਰਫ ਤੇ ਸਿਰਫ ਗੁਜਰਾਤ ਦੀ ਤੇ ਹਿਮਾਚਲ ਦੀ ਇਲੈਕਸ਼ਨ ਕੱਢਣੀ, ਠੀਕ ਹੈ। ਖੇਤੀ ਨੀਤੀ ਕਿਤੇ ਆਉਣੀ ਕਿੱਥੋਂ ਆ? ਤੁਸੀਂ 4 ਬੰਦੇ ਤਕੜੇ ਜਿਹੜੇ ਆ, ਉਹ ਐਗਰੀਕਲਚਰਿਸਟ ਹੈਗੇ, ਜੇ ਨਹੀਂ ਤੇ ਮੈਂ ਨਾਂ ਦੇ ਦਿੰਦਾ ਇਹਨਾਂ ਨੂੰ, 4-5 ਬੰਦਿਆਂ ਨੂੰ ਲੈ ਕੇ, ਤੇ ਉਹ ਤੁਹਾਨੂੰ ਬਣਿਆ ਬਣਾਤਾ ਪਿਛਲੇ 25-30 ਸਾਲਾਂ ਤੋਂ ਕੰਮ ਕਰ ਰਹੇ ਆ। ਉਹਨਾਂ ਨੂੰ ਕਹੋ, ਤੁਹਾਨੂੰ ਉਹ 10 ਪੇਜ ਦੀ ਰਿਪੋਰਟ ਬਣਾ ਕੇ ਦੇ ਦੇਣਗੇ ਵੀ ਆਹ ਕਰ ਲਓ, ਭਾਵੇਂ ਉਹਨੂੰ ਜਾ ਕੇ UN 'ਚ ਭੇਜ ਦਿਓ, ਸੋਲਿਡ ਹੋਊਗੀ। ਕਰਨੀ ਇਹਨਾਂ ਨੇ ਹੋਰ ਕੀ ਕੰਮ? ਉੱਥੇ ਕੋਈ ਕੰਮ ਨਹੀਂ ਹੈਗਾ। ਕਦੋਂ ਬਣਨੀ ਆ? ਜੇ 5 ਮਹੀਨੇ ਲੰਘ ਗਏ, ਤੁਸੀਂ ਕਿਸੇ ਨੂੰ ਕਿਹਾ, ਕੋਈ ਐਫਰਟ ਲਿਆ? ਉਹ ਜਾ ਕੇ ਅਜੇ ਤੱਕ ਪੰਜਾਬੀ ਯੂਨੀਵਰਸਿਟੀ ਦਾ ਤੇ ਦੱਸਿਆ ਨਹੀਂ ਹੈਗਾ। ਉਹ ਪੰਜਾਬੀ ਯੂਨੀਵਰਸਿਟੀ ਦਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ VC ਤੇ ਵੀ ਵਿਜੀਲੈਂਸ ਬਿਠਾਤੀ ਆ। ਛੱਡ ਸਾਰੇ ਪੰਜਾਬ ਤੇ ਇਕੱਠੀ ਵਿਜੀਲੈਂਸ ਬਿਠਾ ਦਿਓ, ਜਿੰਨੇ ਅਫਸਰ ਆ ਇੱਕੋ ਵਾਰੀ, ਕੱਲੇ ਦਾ ਕਾਹਨੂੰ ਲੈਨੇ ਆ? ਤੁਸੀਂ ਕਹੋ ਵੀ ਹੁਣ ਤਿਆਰ ਹੋ ਜਾਓ, ਇੰਨੇ ਅਫਸਰਾਂ ਦਾ ਨਾਂ ਲੈ ਦਿਓ, 40-50 ਜਿਹੜੇ ਵੱਡੇ ਆ, ਤੇ ਇੰਨੇ ਕੀ ਪੁਲਿਸ ਵਾਲੇ ਜਿਹੜੇ ਵੱਡੇ IPS ਅਫਸਰ ਆ, ਉਹਨਾਂ ਦਾ ਨਾਂ ਲੈ ਕੇ ਕੁਛ ਵਿੱਚ ਕੋਰਟ ਕਚਹਿਰੀਆਂ 'ਚੋਂ ਵੀ ਪਾ ਲਓ, ਜਿਹੜੇ ਇਹਨਾਂ ਨੂੰ ਲੱਗਦਾ ਕਿ ਜਿਨ੍ਹਾਂ ਨੇ ਕੁਛ ਕੀਤਾ। ਤੇ ਇਹ ਜਿੰਨੇ ਹੈਡ, ਕਿਉਂਕਿ ਅਸਲ 'ਚ ਇਹ ਨਹੀਂ ਵੀ ਕਰਪਸ਼ਨ ਹੋਊਗੀ ਨਹੀਂ, ਇੱਕ ਦੂਜੀ ਪੋਲਿਟਿਕਸ ਵੀ ਚੱਲ ਰਹੀ ਆ। ਆਪਣੇ ਬੰਦੇ ਫਿੱਟ ਕਰਨੇ, ਉਹਨੂੰ ਹਟਾਉਣਗੇ ਤੇ ਤਾਂ ਹੀ ਆਪਣਾ VC ਫਿੱਟ ਕਰਨਗੇ। ਇੱਥੇ ਐਗਰੀਕਲਚਰ ਯੂਨੀਵਰਸਿਟੀ 'ਚ ਹੋ ਗਿਆ, ਇਹਨਾਂ ਨੇ ਲਾਤਾ, ਪਹਿਲਾਂ ਸਾਲ ਤੋਂ ਖਾਲੀ ਸੀ। ਇਹ ਜਿਹੜੀ ਰਾਜਨੀਤੀ ਚੱਲ ਰਹੀ ਆ ਨਾ, ਕਦੀ ਕਰਪਸ਼ਨ ਨੂੰ ਹਟਾਉਣ ਦੇ ਨਾਂ ਤੇ, ਕਦੀ ਕੋਈ ਹਸਪਤਾਲ ਖੋਲਣ ਦੇ ਨਾਂ ਤੇ, ਕਦੀ ਭਰਤੀਆਂ ਦੇ ਨਾਂ ਤੇ, ਕਦੀ ਮੁਫਤ ਬੱਸਾਂ ਦੇ ਝੂਟੇ ਦੇਣ ਦੇ ਨਾਂ ਤੇ, ਕਦੀ ਮੁਫਤ ਬਿਜਲੀ ਦਾ, ਇਹ ਭਲਾਈ ਵਾਲੇ ਕੰਮ ਨਹੀਂ ਹੈਗੇ। ਕਹਿਣ ਨੂੰ ਭਲਾਈ ਲੱਗਦੀ ਆ, ਅਸਲ 'ਚ ਰਾਜਨੀਤਿਕ ਲਾਹਾ ਕਿਵੇਂ ਲੈਣਾ, ਲੋਕਾਂ ਦਾ ਬੇਵਕੂਫ ਬਣਾ ਕੇ, ਲੋਕਾਂ 'ਚ ਭਲ ਖੱਟ ਕੇ, ਤੇ ਇਸ ਮਾਡਲ ਦਾ ਢੋਲ ਵਜਾ ਕੇ ਜਿਹੜਾ
ਪਹਿਲਾਂ ਹੀ ਵਜਾਉਣਾ ਸ਼ੁਰੂ ਕਰਤਾ ਕੇਜਰੀਵਾਲ ਨੇ, ਤੇ ਭਗਵੰਤ ਮਾਨ ਨਾਲ ਜਾਂਦਾ ਸਰਟੀਫਿਕੇਟ ਹੈ ਨਾ, ਵੀ ਆਹ ਦੇਖੋ ਮਾਡਲ ਦਾ ਸਰਟੀਫਿਕੇਟ ਸਾਡੇ ਕੋਲ, ਕਿ ਇਹਨੂੰ ਪੁੱਛੋ ਭਗਵੰਤ ਮਾਨ ਨੂੰ, ਭਗਵੰਤ ਮਾਨ ਜਾ ਕੇ ਕਹੂਗਾ ਕਿ ਅਸੀਂ ਆਹ ਕਰਤਾ, ਕੇਜਰੀਵਾਲ ਦਾ ਆਹ ਕਰਤਾ, ਆਹ ਕਰਤਾ, ਆਹ ਕਰਤਾ। ਇਹ ਜਿਹੜੀ ਜੋੜੀ ਆ ਵਿੱਚ ਸਿਸੋਦੀਆ ਨੂੰ ਨਾਲ ਲਾ ਲਓ ਤ੍ਰਿਕੜੀ, ਇਹ ਜਾਣਗੇ ਹੁਣ ਗੁਜਰਾਤ ਤੇ ਹਿਮਾਚਲ, ਹੋਰ ਹਾਲ ਦੀ ਘੜੀ ਕੁਛ ਉਹਨਾਂ ਦੇ ਮਨ ਵਿੱਚ ਨਹੀਂ ਹੈ। ਤੁਸੀਂ ਭੁੱਲ ਜਾਓ ਕਿ ਤੁਹਾਡੇ ਜੇ ਉਹਨਾਂ ਦੇ ਮਨ ਦੇ ਵਿੱਚ ਕੋਈ ਵਿਕਾਸ ਦੇ ਮਾਡਲ ਤੇ ਖੇਤੀ ਦੇ ਮਾਡਲ ਤੇ ਸਾਡੀ ਵਿਦਿਆ ਤੇ ਸਿੱਖਿਆ ਦਾ ਤੇ ਸਿਹਤ ਦਾ ਕੋਈ ਮਾਡਲ ਚੱਲ ਰਿਹਾ, ਕੱਖ ਨਹੀਂ ਚੱਲ ਰਿਹਾ। ਉਹ ਸਿਰਫ ਤੇ ਸਿਰਫ ਹਾਲ ਦੀ ਘੜੀ ਇਹ ਚੱਲ ਰਿਹਾ ਕਿ ਲੋਕਾਂ ਦੇ ਵਿੱਚ ਇਹੋ ਜਿਹਾ ਭਰਮ ਪਾ ਕੇ ਅਸੀਂ ਇਸ ਨੂੰ ਮਾਡਲ ਦਾ ਨਾਂ ਦੇ ਕੇ ਬਾਹਰਲੇ ਸੂਬਿਆਂ 'ਚ ਕਿਵੇਂ ਵੇਚੀਏ, ਤਾਂ ਕਿ ਛੇਤੀ ਤੋਂ ਛੇਤੀ ਜਿਹੜੇ ਸਾਡੇ ਕੇਜਰੀਵਾਲ ਸਾਹਿਬ ਆ, ਨਵੇਂ ਸੋਹਣੇ ਸੁਨੱਖੇ ਚਿਹਰੇ, ਉਹਨਾਂ ਨੂੰ ਪ੍ਰਧਾਨ ਮੰਤਰੀ ਕਿਵੇਂ ਉਤਾਰਿਆ ਜਾ ਸਕੇ ਦੇਸ਼ ਦੀ ਨੈਸ਼ਨਲ ਪੋਲਿਟਿਕਸ ਦੇ ਵਿੱਚ। ਬਸ ਇਹਦੋਂ ਵੱਧ ਹੋਰ ਕੁਝ ਹੈ ਨਹੀਂ। ਬਿਲਕੁਲ, ਓਲੰਪੀਅਨ ਖਿਡਾਰੀਆਂ ਨੂੰ ਜੇ ਨੌਕਰੀ ਨਹੀਂ ਮਿਲਦੀ ਜਾਂ ਜੇ ਤੁਸੀਂ ਨੌਕਰੀ ਦੇ ਦਿੰਦੇ ਹੋ, ਅਖਬਾਰਾਂ 'ਚ ਵੱਡੇ ਇਸ਼ਤਿਹਾਰ ਲਵਾ ਦਿਓ, ਕਿਸੇ ਨੇ ਕੋਈ ਇਤਰਾਜ਼ ਨਹੀਂ ਕਰਨਾ। ਕੋਈ ਤੇ ਚੰਗਾ ਕੰਮ ਹੋਏਗਾ, ਪੁੰਨ ਦਾ ਕੰਮ ਹੋਏਗਾ ਕਿ ਉਹਦੇ ਨਾਲ ਹੋਰ ਖਿਡਾਰੀ ਉਤਸ਼ਾਹਿਤ ਹੋਣਗੇ, ਅੱਗੇ ਆਉਣਗੇ। ਮੈਂ ਪ੍ਰੋਫੈਸਰ ਸਾਹਿਬ, ਤੁਸੀਂ ਖੇਤੀ ਨੀਤੀ ਦੀ ਗੱਲ ਕਰ ਰਹੇ ਸੀ, ਮੇਰੇ ਧਿਆਨ 'ਚ ਆਇਆ ਕਿ ਪਾਣੀਆਂ ਦੇ ਮੁੱਦੇ ਦੇ ਉੱਤੇ ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਸੰਘਰਸ਼ ਚੱਲ ਰਿਹਾ, ਰਾਜੇਵਾਲ ਸਾਹਿਬ ਨੇ ਕਹਿੰਦੇ ਪੱਕਾ ਮੋਰਚਾ ਲਾ ਲਿਆ ਉਧਰ, ਤੇ ਰਾਜੇਵਾਲ ਸਾਹਿਬ ਦਾ ਮੈਂ ਬਿਆਨ ਸੁਣ ਰਿਹਾ ਸੀ, ਉਹਦੇ ਵਿੱਚੋਂ ਜ਼ਿਕਰ ਕਰ ਰਹੇ ਸੀ ਕਿ ਲੰਪੀ ਸਕਿਨ ਬਿਮਾਰੀ ਬਾਰੇ ਸਰਕਾਰ ਨੂੰ ਕਈ ਮਹੀਨੇ ਪਹਿਲਾਂ ਅਵੇਅਰ ਕਰ ਦਿੱਤਾ ਗਿਆ ਸੀ ਕਿ ਇਹ ਬਿਮਾਰੀ ਪੰਜਾਬ 'ਚ ਆ ਜਾਣੀ ਹੈ। ਇਹਨਾਂ ਨੇ ਕੁਝ ਨਹੀਂ ਕੀਤਾ ਤੇ ਹੁਣ ਵੀ ਹਜ਼ਾਰਾਂ ਪਸ਼ੂ ਮਰ ਰਹੇ ਨੇ, ਕੁਝ ਨਹੀਂ ਕੀਤਾ। ਹੱਡਾਂ ਰੋੜੀਆਂ ਦੇ ਉੱਤੇ ਮੁਸ਼ਕ ਮਾਰ ਰਹੀ ਆ, ਸੂਰ ਮਰ ਰਹੇ ਨੇ ਪੰਜਾਬ ਦੇ ਵਿੱਚ, ਨਾਲਿਆਂ ਦੇ ਵਿੱਚ, ਉਹਨਾਂ 'ਚ ਵੀ ਇੱਕ ਬਿਮਾਰੀ ਆ ਗਈ। ਜਾਨਵਰਾਂ ਤੋਂ ਬਿਮਾਰੀ, ਮੱਝਾਂ ਦੇ ਵਿੱਚ ਵੀ ਕਹਿੰਦੇ 1-2 ਮੱਝਾਂ ਦੇ ਵਿੱਚ ਵੀ ਨਿਕਲੀ ਹੈ। ਲੋਕਾਂ ਨੇ ਦੁੱਧ ਪੀਣਾ ਬੰਦ ਕਰਤਾ। ਕਿੱਧਰ ਜਾ ਰਹੀ ਹੈ ਸਰਕਾਰ, ਕੀ ਕਰ ਰਹੀ ਹੈ? ਦੇਖੋ, ਇਹ ਤੇ ਨਹੀਂ ਮੈਂ ਕਹਿੰਦਾ ਕਿ ਵੈਕਸੀਨੇਸ਼ਨ ਨਹੀਂ ਹੋਈ, ਬੜੀ ਵੱਡੇ ਪੱਧਰ ਤੇ ਜਿਹੜੇ ਟੀਕੇ ਲੱਗ ਰਹੇ ਆ। ਪਰ ਗੱਲ ਇਹ ਰਾਜੇਵਾਲ ਦੀ ਵੀ ਠੀਕ ਹੈ। ਮੈਂ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਸੀ ਜਿੱਥੇ ਉਹਨਾਂ ਨੇ ਕਿਹਾ ਕਿ ਇਹ ਰਾਜਸਥਾਨ ਤੋਂ ਆਈ ਸਾਡੇ, ਤੇ ਰਾਜਸਥਾਨ ਤੇ ਅਜੇ ਆਈ ਨਹੀਂ ਸੀ ਤੇ ਮੈਂ ਚਿੱਠੀ ਲਿਖ ਕੇ, ਹਵਾਈ ਗੱਲ ਨਹੀਂ ਹੈ, ਮੈਂ ਲਿਖਤੀ ਰੂਪ 'ਚ ਚੀਫ ਮਿਨਿਸਟਰ ਸਾਹਿਬ ਨੂੰ ਲਿਖ ਕੇ ਭੇਜਿਆ ਕਿ ਰਾਜਸਥਾਨ 'ਚ ਇਹ ਲੰਪੀ ਸਕਿਨ ਡਿਜ਼ੀਜ਼ ਆ ਗਈ ਆ, ਸਾਡੇ ਇੱਥੇ ਆ ਜੂਗੀ, ਆਪਾਂ ਇਹਦਾ ਕੋਈ ਉਪਾਅ ਕਰੀਏ। ਤੇ ਉਸ ਚਿੱਠੀ ਤੋਂ 3 ਦਿਨ ਬਾਅਦ ਇੱਕ ਕੋਈ ਕੇਸ ਡਿਟੈਕਟ ਹੋ ਗਿਆ ਕਿ ਇੱਥੇ ਵੀ ਲੰਪੀ ਸਕਿਨ ਪਹੁੰਚ ਗਈ ਆ, ਜਿਹੜੀ ਡਿਜ਼ੀਜ਼ ਹੈਗੀ ਆ, ਬਿਮਾਰੀ। ਤਾਂ ਉਦੋਂ ਬਾਅਦ ਤੇ ਫਿਰ ਜੇ ਰੋਕਣਾ ਕੀ ਸੀ, ਉਹ ਤੇ ਚੱਲ ਸੋ ਚੱਲ ਹੈਗਾ। ਇਸ ਲਈ ਸਾਡੇ ਜਿਹੜੀ ਸਰਕਾਰ ਆ, ਜਿਹੜੀ ਉਹ ਪ੍ਰਾਇੋਰਟੀਜ਼ ਆ ਧਿਆਨ ਰੱਖਣਾ, ਉਹ ਘੱਟ ਆ। ਉਹਨਾਂ ਨੇ ਹੁਣ ਪੱਕਾ ਮੋਰਚਾ, ਕਿਉਂਕਿ ਦੁਧਾਰੂ ਜਾਨਵਰ ਆ ਜਿਹੜੇ ਵੱਡੇ ਪੱਧਰ ਤੇ ਇਸ ਦੇ ਵਿਕਟਮ ਬਣ ਰਹੇ, ਮਰ ਰਹੇ ਆ, ਤਾਂ ਉਹਨਾਂ ਨੇ ਕਿਹਾ ਕਿ ਇਹ ਹੁਣ ਤੱਕ 1250 ਕਰੋੜ ਦੀਆਂ ਗਾਈਆਂ, ਕੀਮਤ ਦੀਆਂ ਗਾਈਆਂ ਸਾਡੇ ਤੋਂ ਮਰ ਚੁੱਕੀਆਂ ਆ। ਔਰ ਉਹਨਾਂ ਨੇ ਵੇਰਕਾ ਪਲਾਂਟ ਮੋਹਾਲੀ ਦੇ ਵਿੱਚ, ਉੱਥੇ ਪੱਕਾ ਮੋਰਚਾ ਪਰਸੋਂ ਤੋਂ ਲਾਇਆ ਹੋਇਆ। ਕਹਿੰਦੇ ਅਸੀਂ ਜਾਵਾਂਗੇ ਤਾਂ ਜੇ ਉਹਨਾਂ ਗਾਈਆਂ ਦਾ ਜਿਹੜੀਆਂ ਮਰ ਚੁੱਕੀਆਂ ਆ, ਕਿਉਂਕਿ ਨਹੀਂ ਤੇ ਬਹੁਤ ਸਾਰੇ ਡੇਅਰੀ ਫਾਰਮ ਫੇਲ ਹੋ ਜਾਣਗੇ, ਫਾਰਮਰ ਬਹੁਤ ਵੱਡੇ ਪੱਧਰ ਤੇ ਹੋਰ ਕਰਜ਼ਾਈ ਹੋ ਜਾਣਗੇ, ਮਹਿੰਗੀਆਂ ਗਾਵਾਂ ਆ, ਲੱਖ ਰੁਪਏ ਦੀ ਤੇ ਕਹਿੰਦੇ ਆਮ ਗਾਂ ਹੈਗੀ ਹੈ। ਤਾਂ ਉਸ ਦਾ ਜੇ ਉਹਨਾਂ ਨੂੰ ਕੰਪਨਸੇਸ਼ਨ ਨਹੀਂ ਅਨਾਉਂਸ ਕਰਦੀ ਸਰਕਾਰ ਤੁਰੰਤ, ਉੱਥੇ ਤੇ ਤਨਖਾਹਾਂ ਦੇਣੀਆਂ ਐਮਪਲਾਈਜ਼ ਨੂੰ ਔਖੀਆਂ ਹੋਈਆਂ। ਹੁਣ ਕੰਮ ਤੇ ਵਧੀ ਜਾ ਰਹੇ ਆ ਨਾ, ਤਾਂ ਹੀ ਤੇ ਮੈਂ ਕਹਿੰਦਾ ਵੀ ਕੱਲਾ ਕਿਤੇ ਭ੍ਰਿਸ਼ਟਾਚਾਰ ਦੇ ਝੰਡੇ ਥੱਲੇ ਹੀ ਨਾ ਕਿਤੇ ਬੈਠੇ ਰਹਿ ਜਿਓ। ਕੁਛ ਆ ਜਿਹੜੇ ਬਾਕੀ ਦੇ ਲੋਕਾਂ ਦੇ ਰੋਜ਼ਮਰਾ ਦੇ ਕੰਮ ਆ, ਉਹਦੇ ਵੱਲ ਵੀ ਧਿਆਨ ਜ਼ਰੂਰ ਦਿਓ। ਦੂਜੀ ਗੱਲ ਉਹਨਾਂ ਨੇ ਕਹੀ ਕਿ ਦੁੱਧ ਦੀਆਂ ਕੀਮਤਾਂ ਵਧਾਉਣੀਆਂ ਚਾਹੀਦੀਆਂ, ਬਹੁਤ ਦੇਰ ਤੋਂ ਵਧਾਈਆਂ ਨਹੀਂ, ਪਰ ਕਿਲੋ ਫੈਟ 10 ਰੁਪਏ ਵਧਾਓ, ਮਤਲਬ 10 ਰੁਪਏ ਲੀਟਰ ਜਿਹੜਾ ਵਧਣਾ ਚਾਹੀਦਾ, ਇਸ ਕਿਸਮ ਦੀ ਕੋਈ ਉਹਨਾਂ ਦੀ ਕੈਲਕੂਲੇਸ਼ਨ ਹੈਗੀ ਹੈ। ਇਹ ਦੋਵੇਂ ਗੱਲਾਂ ਲਈ ਉਹਨਾਂ ਨੇ ਪੱਕਾ ਮੋਰਚਾ ਲਾ ਕੇ ਆ ਮੋਹਾਲੀ ਦੇ ਵਿੱਚ ਵੇਰਕਾ ਪਲਾਂਟ ਦੇ ਸਾਹਮਣੇ ਬੈਠ ਗਏ ਆ ਕਿ ਅਸੀਂ ਨਹੀਂ ਜਾਵਾਂਗੇ। ਨਹੀਂ ਤੇ ਹੋ ਸਕਦਾ ਕਿ ਜੇ ਕੁਝ ਦਿਨ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਉਹ ਮੋਰਚਾ ਵੀ ਵੱਡਾ ਰੂਪ, ਵਿਕਰਾਲ ਰੂਪ ਲੈ ਸਕਦਾ। ਹਾਂਜੀ, ਮੇਰਾ ਆਖਰੀ ਸਵਾਲ ਹੈ ਪ੍ਰੋਫੈਸਰ ਸਾਹਿਬ, ਸਮਾਂ ਆਪਣੇ ਕੋਲ ਸੀਮਤ ਹੈ, ਕਿ ਪ੍ਰੋਫੈਸਰ ਆਫ ਪ੍ਰੈਕਟਿਸ ਤੁਸੀਂ ਦੱਸ ਰਹੇ ਸੀ ਕਿ ਬਹੁਤ ਵੱਡੀ ਧਾਂਦਲੀ ਜਿਹੜੀ ਆ ਉਹ ਦੇਸ਼ ਪੱਧਰ ਤੇ ਚੱਲ ਰਹੀ ਹੈ। ਭਾਈ ਉਹ ਤੇ ਹੱਦ ਹੀ ਹੋ ਗਈ ਹੈ, ਪੁੱਛੋ ਨਾ ਕੁਛ। ਤੁਸੀਂ ਜੇ ਸ਼ੁਰੂ ਚ ਕਰਦੇ ਤੇ ਮੇਰਾ ਜ਼ਿਆਦਾ ਜੋਸ਼ ਸੀ ਇਸ ਖਬਰ ਲਈ। ਤੁਹਾਨੂੰ ਯਾਦ ਆ 2 ਸਾਲ ਪਹਿਲਾਂ ਇਹਨਾਂ ਨੇ ਇੱਕ ਕੰਮ ਕੀਤਾ ਸੀ, IAS ਬਣਨ ਲਈ ਬੱਚੇ ਮਰਦੇ ਫਿਰਦੇ ਆ, ਬੜੇ ਸੁਪਨੇ ਲੋਕਾਂ ਦੇ, ਕਈ ਤੇ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦੇ, ਸਾਰੇ ਚਾਂਸ ਲੈਂਦੇ ਆ, ਫਿਰ ਹੁੰਦੇ ਨਹੀਂ, ਫਿਰ ਸਾਰੀ ਉਮਰ ਨਿਰਾਸ਼ ਹੁੰਦੇ, ਕਿਉਂਕਿ ਸੁਪਨਾ ਤੇ IAS ਦੀ ਕੁਰਸੀ ਤੇ ਬੈਠੇ ਆਂ ਦਾ ਲੈ ਲਿਆ ਹੁੰਦਾ, ਪਰ ਉਹ ਪੂਰਾ ਨਹੀਂ ਹੁੰਦਾ।
ਤੇ ਉਹ ਬੰਦੇ ਜਾਣੀ ਦੁਬਾਰਾ ਉਹਨਾਂ ਦਾ ਸਾਰੀ ਉਮਰ ਪੈਰ ਨਹੀਂ ਲੱਗਦੇ। ਮੈਂ ਕਈਆਂ ਬੱਚਿਆਂ ਨੂੰ ਦੇਖਿਆ, ਕਿਉਂਕਿ ਮੇਰਾ ਟੀਚਰ ਦਾ ਪ੍ਰੋਫੈਸ਼ਨ ਹੈ। ਹੁਣ ਵੀ ਤੁਸੀਂ ਜਾ ਕੇ ਦੇਖੋ ਲਾਇਬ੍ਰੇਰੀ ਦੀ, ਯੂਨੀਵਰਸਿਟੀ ਦੀ ਲਾਇਬ੍ਰੇਰੀ 'ਚ ਸੈਂਕੜੇ ਬੱਚੇ ਭਰੇ ਪਏ, ਬੱਚੀਆਂ ਬੱਚੇ ਸਾਰੇ ਲੱਗੇ ਹੋਏ ਆ ਕਿ IAS ਬਣਨਾ, IAS ਬਣਨਾ। ਉਹ ਲੱਖਾਂ ਲੋਕ ਅਪੀਅਰ ਹੁੰਦੇ ਆ, ਥੋੜੇ ਜਿਹੇ ਉਹਨਾਂ ਚੋਂ ਚੁਣੇ ਜਾਂਦੇ ਆ ਤਾਂ ਜਾ ਕੇ IAS ਬਣਦਾ। ਕਰੀਮ ਦੀ ਕਰੀਮ ਕਹਿ ਲਓ ਤੁਸੀਂ। ਇੱਥੇ ਇਹਨਾਂ ਨੇ ਕੀ ਕੰਮ ਕੱਢਤਾ ਸਰਕਾਰ ਨੇ? ਉਹ ਕਹਿੰਦੇ ਆ ਜੀ ਲੇਟਰਲ ਐਂਟਰੀ ਕਹਿੰਦੇ ਆ, ਜਾਨੀ ਬੈਕਡੋਰ ਐਂਟਰੀ ਕਹੋ ਤੁਸੀਂ, ਲੇਟਰਲ ਐਂਟਰੀ ਛੱਡੋ ਵੀ ਪਿਛਲੇ ਆ ਜਿਹੜੇ ਬੰਦੇ ਬੜੇ ਤਜਰਬੇਕਾਰ ਆ, ਜਿਹੜੇ ਕਾਰਪੋਰੇਟਾਂ 'ਚ ਮੈਨੇਜਮੈਂਟ ਦੇ ਹੈਗੇ ਆ, ਜਾਂ ਕੋਈ ਹੋਰ NGO 'ਚ ਬੰਦੇ ਹੈਗੇ, ਜਾਂ ਕੋਈ ਬਾਹਰ ਬੜੇ ਸਿਆਣੇ ਬੰਦੇ ਆ ਪਰ ਉਹਨਾਂ ਨੇ ਡਿਗਰੀਆਂ ਨਹੀਂ ਕੀਤੀਆਂ, ਉਹਨਾਂ ਨੂੰ ਕਹਿੰਦੇ ਸਰਕਾਰ ਸਾਡੀ ਅੱਖ ਤੇ ਪਾਰਖੂ ਅੱਖ ਆ। ਜਿਵੇਂ ਸੁਨਿਆਰੇ ਦੀ ਅੱਖ ਸੋਨਾ ਤੇ ਪਿੱਤਲ ਨੂੰ ਹੈ, ਉਹ ਦੂਰੋਂ ਸਮਝ ਲੈਂਦੇ ਆ 10 ਮੀਟਰਾਂ ਤੋਂ ਵੀ ਉਹ ਪਿੱਤਲ ਪਿਆ ਤੇ ਉਹ ਸੋਨਾ ਪਿਆ। ਉਹ ਬੰਦਿਆਂ ਨੂੰ ਕਹਿੰਦੇ ਮੋਦੀ ਜੀ ਵੀ ਅਸੀਂ ਇੰਜ ਪਰਖਦੇ ਆ। ਤੇ ਉਹ IAS ਤੋਂ ਵੀ ਉੱਪਰ ਆ, ਅਸੀਂ ਸਿੱਧਾ ਹੀ ਜੁਆਇੰਟ ਸੈਕਟਰੀ ਲੈਵਲ ਤੇ ਉਹਨਾਂ ਨੂੰ ਭਰਤੀ ਕਰਾ ਦਾਂਗੇ ਬਿਨਾਂ ਟੈਸਟ ਪਾਸ ਕੀਤੇ। ਇਹ ਪਹਿਲਾ ਕੰਮ ਹੋ ਗਿਆ। ਇਹਦਾ ਮਤਲਬ ਕਿ ਆਪਣੇ ਚਹੇਤੇ ਕਾਰਪੋਰੇਟ ਜਿਹੜੇ ਆ, ਇਹਨਾਂ ਦੇ ਖਾਸ ਚਹੇਤੇ ਕਾਰਪੋਰੇਟ, ਉਹ ਸਿੱਧੇ ਸਿੱਧੇ ਸਰਕਾਰ ਦੇ ਵਿੱਚ ਬੰਦੇ ਬਿਠਾ ਦੇਣਗੇ, ਸਰਕਾਰ ਉਹ ਚਲਾਉਣਗੇ ਤੇ ਚਲਾ ਰਹੇ ਆ। ਇਸ ਵੇਲੇ ਸਰਕਾਰ ਮੋਦੀ ਜੀ ਤੇ ਮੋਹਰ ਆਇਆ, ਪਿੱਛੋਂ ਉਹੀ ਅਡਾਨੀ ਅੰਬਾਨੀ ਜਾਂ ਉਹਨਾਂ ਵਰਗੇ ਹੋਰ ਸਾਰੇ ਬੰਦੇ ਚਲਾ ਰਹੇ ਆ। ਦੂਸਰੀ ਹੁਣ ਨਵੀਂ ਗੱਲ ਕੀ ਕੱਢਤੀ, ਉਹ ਤੇ ਬਿਲਕੁਲ ਹੀ ਪੱਠਾ ਬਿਠਾਉਣ ਵਾਲੀ ਗੱਲ ਆ। UGC ਤੋਂ ਫੈਸਲਾ ਇਹ ਕਰਾ ਲਿਆ ਆ ਕਿ ਪ੍ਰੋਫੈਸਰ ਆਫ ਪ੍ਰੈਕਟਿਸ ਅੱਜ ਦੀ ਤਰੀਕ ਦੇ ਵਿੱਚ ਇੱਕ 84 ਪੇਜ ਦਾ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦਾ, ਜਿਹੜੀ ਕਿ ਸਾਰੇ ਦੇਸ਼ ਦੀਆਂ ਹਾਇਰ ਐਜੂਕੇਸ਼ਨ ਨੂੰ ਇੱਕ ਯੂਨੀਫਾਰਮ ਕੋਡ ਵਿੱਚ ਬੰਨਿਆ ਹੋਇਆ, ਸਾਰੇ ਦੇਸ਼ ਦੀਆਂ ਯੂਨੀਵਰਸਿਟੀਆਂ ਨੂੰ, ਠੀਕ ਹੈ ਨਾ ਜੀ, ਸੈਂਟਰਲ ਯੂਨੀਵਰਸਿਟੀਆਂ ਨੂੰ, ਸਟੇਟ ਯੂਨੀਵਰਸਿਟੀਆਂ ਨੂੰ ਫਾਲੋ ਕਰਨਾ ਪੈਂਦਾ। ਉਹਦੇ 'ਚ ਇਹ ਹੈ ਕਿ ਇੰਨੀ ਤੁਹਾਡੀ ਕੁਆਲੀਫਿਕੇਸ਼ਨ, ਜਿਸ ਤਰ੍ਹਾਂ ਨੈਟ ਪਾਸ ਹੋਵੇ, MA ਪਾਸ ਹੋਵੇ, ਚੰਗੇ ਨੰਬਰ ਹੁਣ ਤੁਸੀਂ ਅਸਿਸਟੈਂਟ ਪ੍ਰੋਫੈਸਰ ਜਿਹਨੂੰ ਲੈਕਚਰਰ ਕਹਿੰਦੇ ਸੀ ਲੱਗਦੇ, ਫਿਰ ਤੁਸੀਂ ਇੰਨੇ ਪੇਪਰ ਆਹ ਕੁਝ ਕੀਤਾ ਹੋਵੇ ਤੇ ਨਾਲ PhD ਕੀਤੀ ਹੋਵੇ ਤਾਂ ਰੀਡਰ ਬਣ ਸਕਦੇ ਆ। ਫਿਰ ਤੁਸੀਂ ਹੋਰ ਕਾਫੀ ਕਿਤਾਬਾਂ ਲਿਖੀਆਂ ਹੋਣ, PhD ਕਰਵਾਈ ਹੋਵੇ ਫਲਾਨਾ ਟਮਕਾਣਾ, ਫਿਰ ਜਾ ਕੇ ਅਖੀਰ 'ਚ ਪ੍ਰੋਫੈਸਰ ਬਣ ਸਕਦੇ। ਜਿਵੇਂ ਯੂਰਪੀਅਨ ਗਿਲਡ ਸਿਸਟਮ ਸੀਗਾ, ਮਾਸਟਰ ਬਣਨ ਲਈ 20 ਸਾਲ ਲੱਗ ਜਾਂਦੇ ਸੀਗੇ। ਪਹਿਲਾਂ ਅਪ੍ਰੈਂਟਿਸ ਹੁੰਦਾ ਸੀ, ਫਿਰ ਜਰਨੀਮੈਨ ਹੁੰਦਾ ਸੀਗਾ, ਫਿਰ ਜਾ ਕੇ ਮਾਸਟਰ ਬਣਦਾ ਸੀ। ਇਸੇ ਤਰੀਕੇ ਨਾਲ ਹੁਣ ਵੀ ਉਹੀ ਸਿਸਟਮ ਹੈ ਬਿਲਕੁਲ ਪ੍ਰੋਫੈਸਰ ਬਣਦਾ। ਵੈਸੇ ਤੇ ਹਰ ਕਿਸੇ ਨੂੰ ਪ੍ਰੋਫੈਸਰ ਕਹਿੰਦੇ, ਪਰ ਅਸਲ ਮਾਨਿਆ 'ਚ ਜਿਹੜਾ ਪ੍ਰੋਫੈਸਰ ਆ ਜੇ ਉਹ ਬਣ ਲਈ ਕਾਫੀ 15-20 ਸਾਲ ਪੜ੍ਹਾਈ ਕਰਾਉਣ ਤੋਂ ਬਾਅਦ ਬਣਦੇ ਆ। ਇਹ ਸਾਰਾ ਕੁਝ ਛੱਡਤਾ ਉਹਨਾਂ ਨੇ। ਭਈ ਉਹਨਾਂ ਨੂੰ ਇਹ ਲੱਗਦਾ ਕਿ ਜੇ ਪਿੰਡ 'ਚ ਕੋਈ ਚੰਗਾ ਖੇਤੀਬਾੜੀ ਵਾਲਾ ਹੈਗਾ ਤਾਂ ਉਹਨੂੰ ਪ੍ਰੋਫੈਸਰ ਖੇਤੀਬਾੜੀ ਯੂਨੀਵਰਸਿਟੀ ਚ ਲਾ ਦਿਓ। ਮੈਨੂੰ ਤੇ ਬੜਾ ਅਫਸੋਸ ਹੋਇਆ, ਥੋੜਾ ਜਿਹਾ ਲੱਗਾ ਕਿ ਰਾਜੇਵਾਲ ਸਾਹਿਬ ਤੇ ਬਿਲਕੁਲ ਪ੍ਰੋਫੈਸਰ ਖੇਤੀਬਾੜੀ ਯੂਨੀਵਰਸਿਟੀ ਚ ਲੱਗ ਜਾਣਾ ਸੀ ਉਹਨਾਂ ਨੇ, ਜੇ ਉਹਨਾਂ ਦੀ ਉਮਰ ਨਾ ਹੁੰਦੀ। ਕੁਝ ਉਮਰ ਜ਼ਿਆਦਾ ਹੋ ਗਈ, ਜੇ 60 ਸਾਲ ਤੋਂ ਥੱਲੇ ਹੁੰਦੀ ਲੈ ਪੱਕਾ ਲੱਗੇ ਹੀ ਲੱਗੇ ਸੀ, ਕਿਉਂਕਿ ਉਹਨਾਂ ਪ੍ਰੋਫੈਸਰ ਆਫ ਪ੍ਰੈਕਟਿਸ, ਉਹਨਾਂ ਤੋਂ ਵੱਧ ਖੇਤੀ ਬਾਰੇ ਕੌਣ ਜਾਣਦਾ। ਉਹ ਇਕਨੋਮਿਕਸ ਵੀ ਪੜ੍ਹਾ ਦੇਣਗੇ, ਇਰੀਗੇਸ਼ਨ ਵੀ ਪੜ੍ਹਾ ਦੇਣਗੇ, ਸੋਇਲ ਸਾਇੰਸ ਵੀ ਪੜ੍ਹਾ ਦੇਣਗੇ, ਪਲਾਂਟ ਬਰੀਡਿੰਗ ਵੀ ਪੜ੍ਹਾ ਦੇਣਗੇ, ਹਰ ਚੀਜ਼ ਪੜ੍ਹਾ ਦੇਣਗੇ, ਐਗਰੋਨਮੀ ਤੇ ਪੜ੍ਹਾ ਹੀ ਦੇਣਗੇ। ਕਿਹੜੀ ਚੀਜ਼ ਹੈ ਜਿਹੜੀ ਨਹੀਂ ਪੜ੍ਹਾਉਣਗੇ? ਉਹ ਤੇ ਨੱਕ 'ਚ ਦਮ ਕਰ ਦੇਣਗੇ ਪ੍ਰੋਫੈਸਰਾਂ ਦਾ। ਇਸ ਲਈ ਭਈ ਸਾਰਿਆਂ ਲਈ ਖੁੱਲੀ ਖੇਲ ਆ। ਫਿਰ ਤਾਂ ਮੈਨੂੰ ਲੱਗਦਾ ਸਾਰਾ ਪੰਜਾਬ ਹੀ ਹੁਣ ਕਾਲਜਾਂ ਦੇ ਸਾਹਮਣੇ ਤੇ ਯੂਨੀਵਰਸਿਟੀਆਂ ਦੇ ਗੇਟਾਂ ਸਾਹਮਣੇ ਭਰਤੀ ਹੋਣ ਲਈ ਖੜਿਆ ਹੋਊਗਾ, ਕਿਉਂਕਿ ਕੁਆਲੀਫਿਕੇਸ਼ਨ ਤੇ ਹੈ ਨਹੀਂ ਕੋਈ। ਜਿਹੜਾ ਚੰਗਾ ਆ, ਵਧੀਆ ਆ, ਤੇ ਇੱਕ ਡਿਸਪਲਿਨ ਨਹੀਂ ਹੈ। ਕੋਈ ਇਤਿਹਾਸਕਾਰ ਹੋਊਗਾ ਉਹ ਇਤਿਹਾਸ 'ਚ ਚਲੇ ਜਾਊਗਾ, ਕੋਈ ਜੋਤਿਸ਼ ਵਾਲਾ ਹੋਊਗਾ ਉਹ ਜੋਤਿਸ਼ ਵਿਗਿਆਨ 'ਚ ਪਾ ਦੇਣਗੇ, ਕੋਈ ਸੰਸਕ੍ਰਿਤ ਵਾਲਾ ਪੰਡਤ ਹੋਊਗਾ ਉਹਨੂੰ ਸੰਸਕ੍ਰਿਤ ਦੇ ਸਬਜੈਕਟ 'ਚ ਲਾ ਦੇਣਗੇ, ਕੋਈ ਇੱਥੋਂ ਦੀ ਸਿਫਾਰਿਸ਼ ਆ ਜੂਗੀ ਉਹ ਬਾਬੇ ਰਾਮਦੇਵ ਦੀ ਕਿ ਤੂੰ ਜੜੀ ਬੂਟੀ ਦਾ ਤੇ ਗਊ ਮੂਤਰ ਦਾ ਕੋਈ ਐਕਸਪਰਟ ਆ ਜਾਊਗਾ, ਉਹ ਉੱਥੇ ਗਊ ਦੇ ਕਿਹੜੇ ਕਿਹੜੇ ਕੀ ਫਾਇਦੇ ਆ, ਗਾਂ ਦੇ ਦੁੱਧ 'ਚ ਕਿਵੇਂ ਉਹ ਸੋਨਾ ਘੋਲ ਕੇ, ਇਹਨਾਂ ਦਾ ਇੱਕ ਮਿਨਿਸਟਰ ਕਹਿੰਦਾ ਸੀ ਗਾਂ ਦਾ ਦੁੱਧ ਪੀਲਾ ਤਾਂ ਹੁੰਦਾ ਉਹ ਸੋਨਾ ਘੋਲ ਕੇ ਦਿੰਦੀ ਵਿੱਚ, ਉਹ 'ਚ ਸੋਨਾ ਬਣਾਉਣ ਦੀ ਭੱਠੀ ਲਾ ਦੇਣਗੇ ਯੂਨੀਵਰਸਿਟੀ ਦੇ ਅੰਦਰ। ਭਾਈ ਫਿਰ ਤਗੜੇ ਤਗੜੇ ਪ੍ਰੋਫੈਸਰ ਆਫ ਪ੍ਰੈਕਟਿਸ। ਜਿਹੜੇ ਪਿੰਡ ਦੇ ਮਿਸਤਰੀ ਆ, ਲੋਹਾਰ ਆ, ਉਹ ਇੰਜੀਨੀਅਰ ਹੋਣਗੇ, ਕਿਉਂ ਨਹੀਂ? ਉਹ ਕੰਸਟਰਕਸ਼ਨ ਇੰਜੀਨੀਅਰ ਹੋਣਗੇ, ਸਿਵਲ ਇੰਜੀਨੀਅਰ ਹੋਣਗੇ, ਹੋਣੇ ਵੀ ਚਾਹੀਦੇ ਆ। ਲਾਓ ਸਾਰਿਆਂ ਨੂੰ, ਦਿਓ ਚਾਂਸ। ਬਈ ਇਹ ਜਿਹੜਾ ਕੁਛ ਨਵਾਂ ਹੀ ਕੁਛ ਹੋ ਰਿਹਾ, ਇਹੀ ਭਰਤੀਆਂ ਬਾਰੇ, ਫੌਜ ਬਾਰੇ। ਅਗਨੀਵੀਰ ਵੀ ਇਹੀ ਆ, ਉਹ ਨਵੀਂ ਅੱਗ ਲਾਈ ਆ ਦੇਸ਼ ਦੇ ਵਿੱਚ। 4 ਸਾਲ 'ਚ ਡਿਫੈਂਸ ਕਰ ਦੇਣਗੇ, ਉਹ 25% ਰੱਖਣਗੇ, 75% ਖੁੱਲੀਆਂ, ਜਿਸ ਤਰ੍ਹਾਂ
ਆ ਸਾਡੇ ਜਦੋਂ ਦੁੱਧ ਨਹੀਂ ਦਿੰਦੀਆਂ ਗਾਈਆਂ ਅਵਾਰਾ ਛੱਡ ਦਿੰਦੇ ਆ, ਸੜਕਾਂ ਭਰੀਆਂ ਪਈਆਂ, ਇੰਜ ਉਹਨਾਂ ਨੂੰ ਸਮਾਜ ਦੇ ਵਿੱਚ ਛੱਡ ਦੇਣਗੇ, ਕੁਝ ਆਤੰਕੀ ਬਣ ਜਾਣਗੇ, ਕੁਝ ਹੋ ਸਕਦਾ ਹੋਰ ਉਹੋ ਜਿਹੀਆਂ ਖਾੜਕੂ ਜਥੇਬੰਦੀਆਂ ਚ ਜੁਆਇਨ ਕਰ ਜਾਣ, ਕੁਝ ਫਿਰ ਗੈਂਗ ਬਣਾ ਲੈਣਗੇ ਆਪਣੇ, ਕਿਉਂਕਿ ਟ੍ਰੇਨਿੰਗ ਤੇ ਮਿਲੀ ਆ, ਆਰਮੀ ਦੀ ਬੜੀ ਸਖਤ ਟ੍ਰੇਨਿੰਗ ਮਿਲੀ ਆ ਹਥਿਆਰ ਚਲਾਉਣ ਦੀ। ਪੁੱਠੇ ਕੰਮ ਇੰਨੇ ਹੋ ਰਹੇ ਆ ਸੁਖਵਿੰਦਰ, ਮੈਨੂੰ ਨਹੀਂ ਸਮਝ ਪੈਂਦੀ ਵੀ ਇਹ ਪ੍ਰੋਫੈਸਰ ਆਫ ਪ੍ਰੈਕਟਿਸ ਨਵੀਂ ਕਿਹੜੀ ਗੱਲ। ਤੁਸੀਂ ਸਮਝ ਲੱਗ ਗਈ? ਮੈਂ ਕਿਤੇ ਕਿਤੇ ਜਾਣੀ ਕਿਸੇ ਬੰਦੇ ਨੂੰ ਵੀ ਬਿਨਾਂ ਕੁਆਲੀਫਿਕੇਸ਼ਨ ਤੋਂ ਤੁਸੀਂ ਪ੍ਰੋਫੈਸਰ ਲਾ ਸਕਦੇ ਆ, ਚੰਗੀ ਗੱਲ ਹੈ, ਇਹ ਤੇ ਵੱਡਾ ਸਮਾਜਵਾਦ ਆ ਹੀ ਗਿਆ ਫਿਰ। ਮਤਲਬ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਇਹਨਾਂ ਦੇ ਸੂਤਰ ਬਹਿ ਗਿਆ, ਜਿਹੜਾ ਇਹਨਾਂ ਦਾ ਖਾਸਮ ਖਾਸ ਹੋਏਗਾ, ਉਹਨੂੰ ਫਿੱਟ ਕਰ ਦੇਣਾ ਕਿਤੇ ਵੀ। ਯਾਰ ਮੇਰੇ ਜੇ ਮੂੰਹੋਂ ਘਵਾਉਣਾ ਤੇ ਆਰਐਸਐਸ ਭਰਨੀ ਆ ਯੂਨੀਵਰਸਿਟੀਆਂ 'ਚ ਬਸ। ਔਰ ਉਹ ਕਹਿੰਦੇ ਆ ਕਿ ਪਰ ਇਹੋ ਜਿਹੇ ਬੰਦੇ ਟੋਟਲ ਗਿਣਤੀ ਦੇ 10% ਤੋਂ ਵੱਧ ਨਹੀਂ ਭਰਨਗੇ, ਉਹ ਕਹਿੰਦੇ ਆ। ਹੁਣ ਇਹ 10% ਦਾ ਦੇਖ ਲਓ, ਇਹ ਆ ਕਿ ਪਹਿਲਾਂ ਹੀ ਬਹੁਤ ਘੱਟ ਪੋਸਟਾਂ ਹੈਗੀਆਂ, ਗਿਣਤੀ ਬਹੁਤ ਘੱਟ ਆ, 50% 40% ਤੇ ਸਾਰੀਆਂ ਜਿਹੜੇ ਗਵਰਨਮੈਂਟ ਦੇ ਇੰਸਟੀਟਿਊਸ਼ਨ ਚੱਲ ਰਹੇ ਆ, ਯੂਨੀਵਰਸਿਟੀਆਂ ਲਾ ਲਓ, ਕਾਲਜ ਲਾ ਲਓ, ਕਈਆਂ 'ਚ ਤੇ 20% ਹੀ ਰੈਗੂਲਰ ਫੈਕਲਟੀ ਰਹਿ ਗਈ ਹੈ, ਤਕਰੀਬਨ 40% ਰਹਿ ਗਈ, 60% ਪਹਿਲਾਂ ਹੀ ਆਊਟ ਆ। ਉਹ ਸਾਰੀ ਦੀ ਜਗ੍ਹਾ ਜਿਹੜੇ ਹੁਣ ਨਵੇਂ ਭਰਤੀ ਹੋਣਗੇ, ਇਹੋ ਜਿਹੇ ਜਿਹੜੇ ਨਵੇਂ ਪ੍ਰੋਫੈਸਰ ਆ, ਜਿਹੜੇ ਭਖਵੇਂ ਰੰਗ ਦੇ ਕੋਟ ਪਾ ਕੇ ਆਇਆ ਕਰਨਗੇ ਸਵੇਰੇ ਸਵੇਰ, ਉਹ ਕੁਰਸੀਆਂ ਤੇ ਸੁਸ਼ੋਭਿਤ ਹੋਣਗੇ। ਤੇ ਫਿਰ ਮੈਂ ਤੇ ਕਹਿੰਦਾ ਨਾ, ਪੰਜਾਬ ਯੂਨੀਵਰਸਿਟੀ ਨੂੰ ਇਹ ਗਊਸ਼ਾਲਾ ਬਣਾਉਣ ਵਾਲੇ ਲੱਗਦੇ ਆ, ਬਣੂਗੀ, ਆਪਾਂ ਵੀ ਦੁੱਧ ਪੀਆ ਕਰਾਂਗੇ ਜੇ ਕੋਈ ਦੁੱਧ ਦਊਗੀ ਤੇ। ਹਾਂਜੀ, ਸ਼ੁਕਰੀਆ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਤੁਹਾਡਾ, ਤੁਹਾਡੀ ਸਾਰੀ ਟੀਮ ਦਾ, ਸਾਡੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਾਨੂੰ ਕਿ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ, ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕੀਤੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ, ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।